ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਅੱਜ ਦੀਆਂ ਕੁਝ ਖਬਰਾਂ ਕੁਝ ਗੱਲਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਤੌਰ ਤੇ ਗੱਲਬਾਤ ਕਰਨੀ ਹੈ ਅਸੀਂ ਸਰੀ ਮੰਦਰ ਵਿੱਚ ਹੋ ਰਹੀ ਇਲੈਕਸ਼ਨ ਬਾਰੇ। ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਤੁਹਾਡੀ ਮੁਲਾਕਾਤ ਕਰਾਉਣੀ ਹੈ ਅੱਜ ਸਤੀਸ਼ ਕੁਮਾਰ ਟੈਂਪਲ ਟੀਮ ਦੇ ਨਾਲ, ਜਿਹੜੇ ਆਪਣਾ ਪੱਖ ਅੱਜ ਦੱਸ ਰਹੇ ਨੇ। ਪ੍ਰੋਗਰਾਮ ਦੇ ਵਿੱਚ ਦੂਜੇ ਹਿੱਸੇ ਵਿੱਚ ਅੱਜ ਤੁਹਾਡੀ ਗੱਲਬਾਤ ਸਤੀਸ਼ ਕੁਮਾਰ ਟੈਂਪਲ ਟੀਮ ਦੇ ਨਾਲ ਕਰਵਾਵਾਂਗੇ। ਪਹਿਲੇ ਹਿੱਸੇ ਦੇ ਵਿੱਚ ਕੁਝ ਖਬਰਾਂ ਜਿਹੜੀਆਂ ਸਾਡਾ ਧਿਆਨ ਮੰਗ ਰਹੀਆਂ ਨੇ। ਅੱਜ ਇੱਕ ਖਬਰ ਬਹੁਤ ਦੁਨੀਆ ਦੇ ਵਿੱਚ ਚਰਚਾ ਦੇ ਵਿੱਚ ਆ। ਕੈਂਸਰ ਇੱਕ ਨਾਮਰਾਦ ਬਿਮਾਰੀ ਆ ਜਿਹਦਾ ਬਹੁਤ ਖਤਰਨਾਕ ਪ੍ਰਭਾਵ ਦੁਨੀਆ ਦੇ ਉੱਤੇ ਪਿਆ। ਕਿਹਾ ਗਿਆ ਕਿ ਅਜੇ ਤੱਕ ਇਹਦਾ ਇਲਾਜ ਚੰਗੀ ਤਰ੍ਹਾਂ ਨਹੀਂ ਲੱਭਿਆ ਗਿਆ, ਹਾਲਾਂਕਿ ਬਹੁਤ ਸਾਰੀ ਇਹਦੇ ਹੱਲ ਲੱਭ ਲਏ ਗਏ ਆ। ਪਰ ਅੱਜ ਇੱਕ ਖਬਰ ਜਿਹਦੇ ਵਿੱਚ ਕਿ ਇੱਕ ਛੋਟਾ ਜਿਹਾ ਡਰੱਗ ਟਰਾਇਲ ਕੀਤਾ ਗਿਆ ਕੁਝ ਲੋਕਾਂ ਦੇ ਉੱਤੇ, ਅਤੇ ਉਹਦੇ ਤੋਂ ਬਾਅਦ ਇੱਦਾਂ ਲੱਗਦਾ ਹੈ ਕਿ ਦੁਨੀਆ ਦੇ ਵਿੱਚ ਕੈਂਸਰ ਨੂੰ ਲੈ ਕੇ ਇੱਕ ਬਹੁਤ ਵੱਡੀ ਖੋਜ ਸਾਹਮਣੇ ਆਈ ਆ। ਅਤੇ ਹੁਣ ਹਰ ਤਰ੍ਹਾਂ ਦੇ ਕੈਂਸਰ ਨੂੰ ਮਾਤ ਦੇਣ ਦੇ ਲਈ ਜਿਹੜੇ ਵਿਗਿਆਨੀ ਨੇ, ਜਿਹੜੇ ਡਾਕਟਰ ਨੇ, ਉਹਨਾਂ ਦੇ ਕੋਲ ਇੱਕ ਥਿਊਰੀ, ਇੱਕ ਫਾਰਮੂਲਾ ਆ ਗਿਆ ਜਿਹਦੇ ਨਾਲ ਉਹ ਕੈਂਸਰ ਦੀ ਬਿਮਾਰੀ ਨੂੰ ਖਤਮ ਕਰ ਸਕਦੇ ਆ। ਇਹ ਕਿੰਨਾ ਕੁ ਅੱਗੇ ਜਾ ਕੇ ਕਾਮਯਾਬ ਹੁੰਦਾ, ਕਿੰਨਾ ਕੁ ਨਹੀਂ ਕਾਮਯਾਬ ਹੁੰਦਾ, ਇਹ ਬਾਅਦ ਦੀ ਗੱਲ ਆ। ਪਰ ਇੱਕ ਵਾਰੀ ਵਿਗਿਆਨੀ ਇਸ ਗੱਲ ਦਾ ਦਾਅਵਾ ਕਰ ਰਿਹਾ ਕਿ ਉਹਨਾਂ ਦੇ ਕੋਲ ਇੱਕ ਇਹੋ ਜਿਹਾ ਫਾਰਮੂਲਾ ਲੱਗ ਗਿਆ ਜਿਹਦੇ ਨਾਲ ਉਹ ਕੈਂਸਰ ਨੂੰ ਮਾਤ ਦੇ ਸਕਦੇ ਆ। ਓਨਕੋਲੋਜੀ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਅੱਜ ਦਾ ਦਿਨ। 6 ਮਹੀਨੇ ਦਾ ਇੱਕ ਐਕਸਪੈਰੀਮੈਂਟਲ ਟਰੀਟਮੈਂਟ ਕੀਤੀ ਹੈ ਉਹਨਾਂ ਨੇ। ਟਿਊਮਰ ਕੁਛ ਲੋਕਾਂ ਦੇ ਵਿੱਚ ਸੀਗਾ, 14 ਪੇਸ਼ੈਂਟ ਲਏ। 14 ਪੇਸ਼ੈਂਟ ਦੇ ਵਿੱਚ ਜਿਹੜੀ ਡਾਈਜੈਸਟਿਵ ਪਾਈਪ ਆ ਉਹਦੇ ਵਿੱਚ ਰੈਕਟਮ ਵਾਲੇ ਹਿੱਸੇ ਦੇ ਉੱਤੇ ਕੈਂਸਰ ਸੀ, ਟਿਊਮਰ ਸੀ। ਉਹ 14 ਮਰੀਜ਼ਾਂ ਨੂੰ ਲੈ ਕੇ 6 ਮਹੀਨੇ ਉਹਨਾਂ ਨੇ ਇੱਕ ਤਰੀਕੇ ਨਾਲ, ਇੱਕ ਦਵਾਈ ਦੇ ਨਾਲ ਉਹਨਾਂ ਦਾ ਇਲਾਜ ਕੀਤਾ। ਅਤੇ ਜਦੋਂ ਉਹਨਾਂ ਨੇ 6 ਮਹੀਨੇ ਬਾਅਦ ਉਹਨਾਂ ਨੂੰ ਡਾਇਗਨੋਸ ਕੀਤਾ ਅਤੇ ਉਹਨਾਂ 14 ਦੇ 14 ਮਰੀਜ਼ਾਂ ਦਾ ਉਹ ਟਿਊਮਰ, ਉਹ ਕੈਂਸਰ ਬਿਲਕੁਲ ਖਤਮ ਹੋ ਗਿਆ ਸੀ। ਜਿਹਦਾ ਮਤਲਬ ਇਹ ਆ ਕਿ ਜਿਹੜੀ ਥਿਊਰੀ ਦੇ ਉੱਤੇ ਉਹਨੇ ਦਵਾਈ ਬਣਾ ਕੇ ਉਹਨੂੰ ਮਾਰਨ ਦਾ ਯਤਨ ਕੀਤਾ ਉਹ ਕਾਮਯਾਬ ਹੋ ਗਈ ਹੈ। ਜਿਹੜਾ ਕੋਲੋਰੈਕਟਲ ਕੈਂਸਰ ਆ ਉਹ ਦੱਸਦੇ ਆ ਕਿ ਸੀਗਾ ਇੱਕ ਜਿਹੜੀ ਸਟੱਡੀ ਪਬਲਿਸ਼ ਹੋਈ ਆ ਉਹਦੇ ਵਿੱਚ ਇੰਗਲੈਂਡ ਦੇ ਜਰਨਲ ਆਫ ਮੈਡੀਸਨ ਦੇ ਵਿੱਚ ਸਟੱਡੀ ਪਬਲਿਸ਼ ਹੋਈ ਆ। ਇਹਦੇ ਵਿੱਚ ਉਹਨਾਂ ਨੇ ਸਾਰੀ ਗੱਲਬਾਤ ਸਾਂਝੀ ਕੀਤੀ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਸਾਰੇ ਪੇਸ਼ੈਂਟ ਦੇ ਵਿੱਚ ਜਿਹੜਾ ਟਿਊਮਰ ਸੀ ਇਹ ਡਿਸਪੀਅਰ ਹੋ ਗਿਆ। ਸਾਰਿਆਂ ਨੂੰ ਇੱਕੋ ਤਰ੍ਹਾਂ ਦਾ ਕੈਂਸਰ ਸੀ ਅਤੇ ਸਾਰੇ ਪਹਿਲੀ ਸਟੇਜ ਦੇ ਉੱਤੇ ਸੀਗੇ ਜਾਂ ਇਨੀਸ਼ੀਅਲ ਸਟੇਜਸ ਦੇ ਉੱਤੇ ਸੀਗੇ। ਸਾਰਿਆਂ ਦੀ ਸੇਮ ਜਿਹੜੀ ਜੈਨੇਟਿਕ ਇੰਸਟੇਬਿਲਿਟੀ ਸੀਗੀ ਅਤੇ ਸਾਰਾ ਕੁਛ ਲਗਭਗ ਬਰਾਬਰ ਸੀਗਾ। ਅਤੇ ਉਹਨਾਂ ਨੂੰ ਟਰੀਟਮੈਂਟ ਦੇ ਵਿੱਚ ਲੈ ਕੇ ਗਏ ਆ। ਅਤੇ ਉਹਦੇ ਤੋਂ ਬਾਅਦ ਇੱਕ ਜਿਹੜੀ ਨਵੀਂ ਡਰੱਗ ਜਿਹਦਾ ਨਾਂ ਦੱਸਿਆ ਜਾ ਰਿਹਾ ਕਿ ਉਹਨੇ 9 ਡੋਜ਼ ਉਸ ਇੰਟਰਾਵੀਨਸ ਡਰੱਗ ਦੀਆਂ ਦਿੱਤੀਆਂ, ਜਿਹੜੀ ਕਿ ਸਪੈਸੀਫਿਕ ਕੈਂਸਰ ਸੈੱਲ ਪ੍ਰੋਟੀਨ ਨੂੰ ਬਲੌਕ ਕਰਦੀ ਹੈ, ਕਿ ਬੰਦੇ ਦੇ ਅੰਦਰ ਜਾ ਕੇ ਜਿਹੜੀ ਚੀਜ਼ ਕੈਂਸਰ ਪੈਦਾ ਕਰ ਰਹੀ ਆ ਉਹਨੂੰ ਰੋਕ ਦਿੰਦੀ ਆ ਅਤੇ ਕੈਂਸਰ ਆਪਣੇ ਆਪ ਖਤਮ ਹੋ ਜਾਂਦਾ। ਇੱਕ ਨਵਾਂ ਤਜਰਬਾ ਸੀ ਅਤੇ ਜਿਹਦੇ ਤਜਰਬਾ 14 ਜਣਿਆਂ ਦੇ ਉੱਤੇ ਕੀਤਾ ਅਤੇ 14 ਦੇ ਵਿੱਚ ਪੂਰਾ ਕਾਮਯਾਬ ਰਿਹਾ। ਹੁਣ 6 ਮਹੀਨੇ ਉਹਨਾਂ ਨੇ ਰੱਖੀ ਅਤੇ ਉਹਦੇ ਤੋਂ ਬਾਅਦ ਜਦੋਂ ਸਕੈਨ ਕਰਵਾਈ ਉਹਦੇ ਤੋਂ ਬਾਅਦ ਮਤਲਬ ਬਿਲਕੁਲ ਜਿਹੜਾ ਉਹ ਇੱਕ ਟਿਊਮਰ ਸੀਗਾ ਅੰਦਰ ਉਹ ਬਿਲਕੁਲ ਖਤਮ ਹੋ ਗਿਆ ਅਤੇ ਕੋਈ ਵੀ ਕੈਂਸਰ ਦੀ ਟਰੇਸ ਉਹ ਕਹਿੰਦੇ ਉਹਨਾਂ ਨੂੰ ਉਹਦੇ ਵਿੱਚ ਨਹੀਂ ਮਿਲੀ। ਔਰ ਉਹ ਵੀ ਹੈਰਾਨੀ ਵਾਲੀ ਗੱਲ ਸੀ ਕਿ 14 ਦੇ 14 ਪੇਸ਼ੈਂਟਸ ਦੇ ਵਿੱਚ। ਸੋ ਇੰਨੇ ਜ਼ਿਆਦਾ ਸਕਸੈਸਫੁਲ ਰਿਜ਼ਲਟ ਪਹਿਲਾਂ ਕਦੇ ਨਹੀਂ ਮਿਲੇ। ਦੂਜਾ ਇਹ ਆ ਕਿ ਉਹਨਾਂ ਦਾ ਪਲਾਨ ਕੀਤਾ ਗਿਆ ਸੀ ਕਿ ਇਹ ਟਰਾਇਲ ਕੀਤਾ, ਟਰਾਇਲ ਤੋਂ ਬਾਅਦ ਇਹਨਾਂ ਦਾ ਫੋਲੋਅਪ ਟਰੀਟਮੈਂਟ ਹੋਊਗਾ, ਜਿਹੜੀ ਕੀਮੋ ਜਾਂ ਰੇਡੀਏਸ਼ਨ ਜਾਂ ਸਰਜਰੀ ਹੋਊਗੀ, ਪਰ ਉਹਦੀ ਕੋਈ ਵੀ ਲੋੜ ਨਹੀਂ ਪਈ, ਉਹ ਠੀਕ ਠਾਕ ਹੋ ਗਏ। ਹੁਣ ਜਿਹੜਾ ਰੈਕਟਲ ਕੈਂਸਰ ਆ, ਜਿਹੜਾ ਡਾਈਜੈਸਟਿਵ ਸਿਸਟਮ ਆ, ਡਾਈਜੈਸ਼ਨ ਵਾਲੀ ਪਾਈਪ ਆ, ਉਹਦੇ ਲਾਸਟ ਦੇ ਵਿੱਚ ਜਿਹੜਾ ਪਾਰਟ ਹੁੰਦਾ ਜਿਹਨੂੰ ਰੈਕਟਮ ਕਹਿੰਦੇ ਆ, ਉਹਦਾ ਕੈਂਸਰ ਜੇ ਅਰਲੀ ਸਟੇਜ ਦੇ ਉੱਤੇ ਡਿਟੈਕਟ ਕਰ ਲਿਆ ਜਾਵੇ ਤਾਂ ਉਹਦੇ ਚਾਂਸ ਬਹੁਤ ਹੁੰਦੇ ਆ ਕਿ ਬੰਦਾ ਸਰਵਾਈਵ ਕਰ ਜਾਂਦਾ। ਟ੍ਰੈਡੀਸ਼ਨਲ ਜਿਹੜੇ ਤਰੀਕੇ ਨੇ ਜਿਹਦੇ ਵਿੱਚ ਰੇਡੀਏਸ਼ਨ ਹੁੰਦੀ ਆ, ਕੀਮੋਥੈਰੇਪੀ ਹੁੰਦੀ ਆ ਜਾਂ ਸਰਜਰੀ ਹੁੰਦੀ ਆ, ਉਹਦੇ ਨਾਲ ਜਿਹੜਾ ਇੱਕ ਪੇਸ਼ੈਂਟ ਨੂੰ ਠੀਕ ਕੀਤਾ ਜਾਂਦਾ, ਪਰ ਉਹਦੇ ਕੁਛ ਇੰਪੈਕਟ ਉਹਦੇ ਉੱਤੇ ਰਹਿ ਜਾਂਦੇ ਆ। ਜਿਹੜਾ ਬਲੈਡਰ ਡਿਸਫੰਕਸ਼ਨ ਹੋ ਜਾਂਦੀ ਆ, ਸੈਕਸੁਅਲ ਡਿਸਫੰਕਸ਼ਨਿੰਗ ਹੋ ਜਾਂਦੀ ਹੈ, ਜਾਂ ਇਨਫਰਟਿਲਿਟੀ ਵਰਗੀਆਂ ਚੀਜ਼ਾਂ ਦੇ ਵਿੱਚ ਆ ਜਾਂਦਾ। ਜਿਹੜਾ ਯੰਗ ਖਾਸ ਕਰ ਔਰਤਾਂ ਨੇ ਉਹਨਾਂ ਦੇ ਵਿੱਚ ਜਦੋਂ ਇਹ ਟਰੀਟਮੈਂਟ ਕੀਤੀ ਜਾਂਦੀ ਆ ਤਾਂ ਯੂਟਰਸ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਆ ਜਾਂਦੀਆਂ ਅਤੇ ਜਿਹੜਾ ਬੜੇ ਮਾੜੇ ਅਸਰ ਉਹਨਾਂ ਦੇ ਉੱਤੇ ਪੈਂਦੇ ਆ। ਉਹਦੇ ਤੋਂ ਬਾਅਦ ਹੁਣ ਜਦੋਂ ਇਹ ਟਰੀਟਮੈਂਟ ਸਾਹਮਣੇ ਆ ਗਈ ਅਤੇ ਜਦੋਂ ਇਹਨੂੰ ਹੁਣ ਇਹਦੇ ਵਿੱਚ 2-3 ਗੱਲਾਂ ਮਹੱਤਵਪੂਰਨ ਦੱਸਦੇ ਆ। ਇੱਕ ਤਾਂ 14 ਮਰੀਜ਼ ਬਹੁਤ ਥੋੜ੍ਹੇ ਆ, ਜਦੋਂ ਇਹਦਾ ਪ੍ਰੋਪਰ ਟੈਸਟ ਕੀਤਾ ਜਾਣਾ ਤਾਂ ਉਹ ਜ਼ਿਆਦਾ ਮਰੀਜ਼ਾਂ ਦੇ ਉੱਤੇ ਕੀਤਾ ਜਾਊਗਾ। ਫਿਰ ਹੁਣ ਤਾਂ ਉਹ ਠੀਕ ਠਾਕ ਹੋ ਗਏ 6 ਮਹੀਨੇ ਬਾਅਦ। ਉਹ ਕਿੰਨਾ ਚਿਰ ਠੀਕ ਠਾਕ ਰਹਿੰਦੇ ਆ, ਇਹਦੀ ਰੀਅਕਰੈਂਸ ਤਾਂ ਨਹੀਂ ਹੁੰਦੀ। ਜੇ ਇਹ ਇਸੇ ਤਰ੍ਹਾਂ ਕਾਮਯਾਬ ਹੋ ਗਿਆ ਇੱਕ ਵੱਡੇ ਸੈਂਪਲ ਦੇ ਵਿੱਚ ਅਤੇ ਫਿਰ ਲੰਬੇ ਸਮੇਂ ਲਈ ਕਾਮਯਾਬ ਹੋ ਗਏ, ਉਹਦੇ ਤੋਂ ਬਾਅਦ ਇਹ ਜਿਹੜੀ ਦਵਾਈ ਆ ਜਿਹੜੀ ਉਸ ਪ੍ਰੋਟੀਨ ਨੂੰ ਬਲੌਕ ਕਰ ਦਿੰਦੀ ਹੈ ਕੈਂਸਰ ਸੈੱਲਸ ਨੂੰ, ਤਾਂ ਇਹ ਬਾਕੀ ਕੈਂਸਰਸ ਦੇ ਵਿੱਚ ਵੀ ਵਰਤੀ ਜਾਊਗੀ ਅਤੇ ਕੁਦਰਤੀ ਤੌਰ ਦੇ ਉੱਤੇ ਇਹਦਾ ਇੱਕ ਵੱਡਾ ਇੰਪੈਕਟ ਇਹਦੇ ਉੱਤੇ
ਮਨੁੱਖ ਦੀ ਸਿਹਤ ਦੇ ਉੱਤੇ ਪਊਗਾ। ਤੇ ਕੈਂਸਰ ਜਿਹੜੀ ਕਿ ਇੱਕ ਭਿਆਨਕ ਬਿਮਾਰੀ ਆ ਜਿਹਦਾ ਇਲਾਜ ਅਜੇ ਤੱਕ ਲੱਭ ਨਹੀਂ ਰਿਹਾ, ਕਿ ਇੱਕ ਸਟੇਜ ਦੇ ਉੱਤੇ ਜਾ ਕੇ ਬਹੁਤ ਸਾਰੇ ਜਿਹੜੇ ਬੰਦੇ ਦਾ ਟਾਈਮ ਆ ਵੱਧ ਜਾਂਦਾ ਜਾਂ ਉਹਨੂੰ ਚੰਗਾ ਉਹ ਜੀਵਨ ਬਤੀਤ ਕਰ ਲੈਂਦਾ ਬਿਮਾਰੀ ਦੇ ਹੁੰਦਿਆਂ ਹੋਇਆਂ ਵੀ। ਪਰ ਇਸ ਤਰ੍ਹਾਂ ਨਹੀਂ ਕਿ 100% ਕੰਪਲੀਟਲੀ ਗਰੰਟੀ ਹੋਵੇ ਵੀ ਆਹ ਦਵਾਈ ਦੇਣ ਦੇ ਨਾਲ ਇਹ ਬਿਮਾਰੀ ਹਟ ਜਾਣੀ ਜਿੱਦਾਂ ਬਾਕੀ ਬਿਮਾਰੀਆਂ ਦਾ ਇਲਾਜ ਆ। ਆਹ ਜਿਹੜੀ ਹੁਣ ਦਵਾਈ ਇਹਨਾਂ ਨੇ ਦਿੱਤੀ ਆ ਇਹਦੇ ਨਾਲ ਹੋ ਸਕਦਾ ਕਿ ਇੱਦਾਂ ਦੀ ਕੋਈ ਗੱਲਬਾਤ ਬਣ ਜਾਵੇ ਤੇ ਜਿਹੜੇ ਇਹ ਕੈਂਸਰ ਆ ਇਹਦਾ ਪੱਕਾ ਇਲਾਜ ਆਉਣ ਵਾਲੇ ਸਮੇਂ ਦੇ ਵਿੱਚ ਲੱਭਿਆ ਜਾ ਸਕੇ। ਦੂਜੀ ਖਬਰ ਦੋਸਤੋ, ਜਿਹੜੀ ਇੰਡੀਜੀਨੀਅਸ ਲੋਕਾਂ ਦੇ ਉੱਤੇ ਮਿਸ਼ਨ ਦੇ ਵਿੱਚ ਚਿਲਾਵੈਕ ਦੇ ਵਿੱਚ ਬੁੱਧਵਾਰ ਨੂੰ ਇੱਕ ਗੱਲਬਾਤ ਵਾਪਰੀ ਸੀਗੀ। ਚਿਲਾਵੈਕ ਦੇ ਵਿੱਚੋਂ RCMP ਨੂੰ ਇੰਡੀਜੀਨੀਅਸ ਲੀਡਰ ਕੱਲ੍ਹ ਮਿਲੇ ਆ। ਤੁਹਾਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹ ਇੱਕ ਮਾਰਚ ਕਰ ਰਹੇ ਸੀਗੇ ਮਿਸ਼ਨ ਦੇ ਵਿੱਚ ਸ਼ਨੀਵਾਰ ਨੂੰ, ਤਾਂ ਉਹਨਾਂ ਦੇ ਉੱਤੇ ਇੱਕ ਬੰਦੇ ਨੇ ਲਿਆ ਕੇ ਟਰੱਕ ਚਾੜ੍ਹ ਦਿੱਤਾ ਸੀ। ਕਈ ਲੋਕ ਜ਼ਖਮੀ ਹੋ ਗਏ ਸੀ। ਪੁਲਿਸ ਕੋਲੇ ਉਹ ਪਲੇਟ ਆ ਗਈ ਸੀ ਜਿਹੜੀ ਉਹਦੀ ਸੀਗੀ ਟਰੱਕ ਦੀ, ਪਰ ਉਹਦੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਮਾਮਲਾ ਇਹ ਸੀਗਾ ਵੀ ਹੋ ਤਾਂ ਇਹ ਸਕਦਾ, ਪੁਲਿਸ ਕਹਿੰਦੀ ਸੀ ਕਿ ਸਾਨੂੰ ਪੱਕਾ ਨਹੀਂ ਪਤਾ ਵੀ ਇਹ ਜਾਣਬੁੱਝ ਕੇ ਉਸ ਬੰਦੇ ਨੇ ਇੱਦਾਂ ਕੀਤਾ, ਪਰ ਜਿਹੜੇ ਉੱਥੇ ਲੋਕ ਸੀਗੇ ਜਿਹੜੇ ਇੰਡੀਜੀਨੀਅਸ ਲੋਕਾਂ ਦੇ ਹੱਕ ਦੇ ਵਿੱਚ, ਖਾਸ ਕਰ ਜਿਹੜੇ ਰੈਜ਼ੀਡੈਂਸ਼ੀਅਲ ਸਕੂਲ ਸੀਗੇ, ਉਹਨਾਂ ਬੱਚਿਆਂ ਦੇ ਹੱਕ ਦੇ ਵਿੱਚ ਬੋਲ ਰਹੇ ਸੀਗੇ। ਉਹ ਇਹ ਕਹਿ ਰਹੇ ਸੀ ਕਿ ਜਾਣਬੁੱਝ ਕੇ ਉਸ ਵਿਅਕਤੀ ਨੇ ਇਹ ਗੱਲ ਕੀਤੀ ਹੈ। ਤੇ ਹੁਣ ਜਦੋਂ ਚਿਲਾਵੈਕ ਦੇ ਵਿੱਚ ਉਹ RCMP ਨੂੰ ਮਿਲਿਆ ਤੇ ਉਹਨਾਂ ਨੇ ਇਹ ਕਿਹਾ ਕਿ ਉਸ ਵਿਅਕਤੀ ਨੇ ਜਿਹੜੀ ਰੇਸ਼ੀਅਲ ਟਿੱਪਣੀਆਂ ਸਾਡੇ ਉੱਤੇ ਕੀਤੀਆਂ, ਸਾਡੀ ਰੇਸ ਨੂੰ ਲੈ ਕੇ ਉਹਨਾਂ ਨੇ ਬਹੁਤ ਜਿਹੜੀਆਂ ਭੱਦੀਆਂ ਟਿੱਪਣੀਆਂ ਕੀਤੀਆਂ ਆ। ਤੇ ਇਹ ਫਿਰ ਸਵਾਲ ਇਹ ਪੈਦਾ ਹੋਇਆ ਸੀ ਕਿ ਜਿਹੜਾ ਜੋ ਕੁਛ ਪਹਿਲਾਂ ਇੱਥੋਂ ਦੇ ਮੂਲ ਵਾਸੀਆਂ ਨਾਲ ਹੁੰਦਾ ਆਇਆ, ਕੀ ਅੱਜ ਵੀ ਉਹੀ ਕੁਛ ਹੋ ਰਿਹਾ ਹੈ। ਤੇ ਜਿਹੜੇ ਇਹ ਲੋਕ ਸੀਗੇ ਮੰਗ ਕਰ ਰਹੇ ਸੀਗੇ ਕਿ ਜਿਹੜਾ ਇਹ ਵਿਅਕਤੀ ਜਿਹਨੇ ਇਹ ਕੁਛ ਕੀਤਾ ਆ ਉਹਦੇ ਉੱਤੇ ਅਟੈਂਪਟ ਮਰਡਰ ਦਾ ਚਾਰਜ ਲਾਇਆ ਜਾਵੇ, ਉਹਨੂੰ ਵੈਸੇ ਹੀ ਨਾ ਫੜਿਆ ਜਾਵੇ, ਕਿਉਂਕਿ ਉਹਨੇ ਲੋਕਾਂ ਦੀ ਜਾਨ ਨੂੰ, ਉਹ ਬਹੁਤ ਵੱਡਾ ਖਤਰਾ ਸੀਗਾ। ਜਿਹੜੀ ਕ੍ਰੇਜ਼ੀ ਇੰਡੀਅਨ ਬ੍ਰਦਰਹੁੱਡ ਸੀਗੇ ਉੱਤੇ ਦੂਜੇ ਗਰੁੱਪ ਸੀਗੇ, ਉਹ ਉੱਥੇ ਜਾ ਕੇ ਉਹ ਕਹਿੰਦੇ ਅਸੀਂ ਜਿਸ ਤਰੀਕੇ ਨਾਲ ਜਾ ਰਹੇ ਸੀ ਸਾਨੂੰ ਇੱਦਾਂ ਲੱਗਾ ਕਿ ਜਿਹੜਾ ਸਾਡੇ ਨਾਲ ਪੂਰਾ ਇਨਸਾਫ ਨਹੀਂ ਹੋਇਆ, ਕਿ ਇੱਕ ਮਾਰਚ ਕੀਤਾ ਜਾ ਰਿਹਾ। ਮਕਸਦ ਮਾਰਚ ਦਾ ਇਹ ਆ ਉਸ ਪ੍ਰਦਰਸ਼ਨ ਦਾ ਕਿ ਜਿਹੜੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਬੱਚੇ ਮਾਰੇ ਗਏ ਸੀ ਉਹਨਾਂ ਦੀ ਯਾਦ ਦੇ ਵਿੱਚ ਮਾਰਚ ਕਰਨਾ ਜਾਂ ਉਹਦੇ ਬਾਰੇ ਅਵੇਅਰਨੈਸ ਲੋਕਾਂ ਨੂੰ ਦੇਣੀ। ਉਹ ਅਵੇਅਰਨੈਸ ਦੇ ਰਿਹਾ। ਦੂਜੇ ਪਾਸੇ ਇੱਕ ਵਿਅਕਤੀ ਉਹਨਾਂ ਦੇ ਉੱਤੇ ਲਿਆ ਕੇ ਟਰੱਕ ਚਾੜ੍ਹ ਦਿੰਦਾ। ਜਦੋਂ ਵਿਅਕਤੀ ਟਰੱਕ ਚਾੜ੍ਹ ਦਿੰਦਾ, ਜ਼ਖਮੀ ਹੁੰਦੇ, ਫਿਰ ਉਹ ਭੱਜ ਜਾਂਦਾ, ਉਹਨਾਂ ਨੂੰ ਚੰਗਾ ਮੰਦਾ ਵੀ ਬੋਲਦਾ ਤੇ RCMP ਉਹਨੂੰ ਗ੍ਰਿਫਤਾਰ ਨਹੀਂ ਕਰਦੀ। ਤੇ RCMP ਕਹਿੰਦੀ ਸਾਨੂੰ ਹਜੇ ਤੱਕ ਇਹ ਨਹੀਂ ਪਤਾ ਵੀ ਇਹ ਬੰਦੇ ਨੇ ਜਾਣਬੁੱਝ ਕੇ ਇੱਦਾਂ ਕੀਤਾ, ਇਹਦਾ ਕੋਈ ਜਿਹੜਾ ਰੇਸਿਸ ਨੂੰ ਲੈ ਕੇ ਰੇਸਿਜ਼ਮ ਦਾ ਮਾਮਲਾ ਜਾਂ ਹੋਰ ਕੋਈ ਮਾਮਲਾ ਸੀ। ਉਹਦੇ ਵਿਰੋਧ ਦੇ ਵਿੱਚ ਫਿਰ ਮੈਜੋਰਿਟੀ ਆਫ ਲੋਕਲਸ ਜਿਹੜੇ ਆ ਉੱਥੇ ਜਾ ਕੇ ਗਏ ਆ ਤੇ ਲੋਕਲ ਲੋਕਾਂ ਨੇ ਉੱਥੇ ਇਕੱਠੇ ਹੋ ਕੇ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਕਿਹਾ ਵੀ ਇਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ। ਤੇ ਦੇਖੋ ਹੁਣ ਇਹਦੇ ਵਿੱਚ RCMP ਅੱਗੇ ਕੀ ਕਾਰਵਾਈ ਕਰਦੀ ਆ। ਬਹੁਤ ਸਾਰੇ ਲੋਕਾਂ ਨੇ ਉੱਥੇ ਵੀਡੀਓ ਬਣਾਈ ਸੀ ਜਿਹਦੇ ਵਿੱਚ ਸੈਂਟ ਮੈਰੀਜ਼ ਰੈਜ਼ੀਡੈਂਸ਼ੀਅਲ ਸਕੂਲ ਮਿਸ਼ਨ ਦੇ ਵਿੱਚ ਜਿਹੜਾ 1980 ਤੱਕ ਇਹ ਸਕੂਲ ਇੱਥੇ ਚੱਲਦਾ ਰਿਹਾ ਹੈ, ਤਾਂ ਉੱਥੇ ਜਾ ਕੇ ਇਹ ਸਾਰੀ ਘਟਨਾ ਵਾਪਰੀ ਸੀ। ਤਾਂ ਹੁਣ RCMP ਨੂੰ ਮਿਲ ਕੇ ਗੱਲਬਾਤ ਕਰ ਰਹੇ ਆ ਕਿ ਉਸ ਵਿਅਕਤੀ ਨੂੰ ਜਿੰਨੀ ਜਲਦੀ ਹੋ ਸਕਦਾ ਗ੍ਰਿਫਤਾਰ ਕੀਤਾ ਜਾਵੇ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਸ਼ੇ ਬਾਰੇ ਲਗਾਤਾਰ ਗੱਲਾਂ-ਬਾਤਾਂ ਚੱਲ ਰਹੀਆਂ ਤੇ ਅਪ੍ਰੈਲ ਮਹੀਨੇ ਦੀ ਜਿਹੜੀ ਇੱਕ ਹੋਰ ਰਿਪੋਰਟ ਵੀ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਈ ਸੀ, ਜਿਹਦੇ ਵਿੱਚ ਦੱਸਿਆ ਗਿਆ ਸੀ ਕਿ 161 ਮੌਤਾਂ ਇੱਥੇ ਇਸ ਮਾਮਲੇ ਦੇ ਵਿੱਚ ਹੋਈਆਂ ਸੀ। ਮੌਤਾਂ ਬਹੁਤੀਆਂ ਫੈਂਟਾਨਿਲ ਦੇ ਹੋ ਰਹੀਆਂ। ਫੈਂਟਾਨਿਲ ਦੇ ਨਾਲ ਮੌਤਾਂ ਦੀ ਗਿਣਤੀ ਰੁਕ ਨਹੀਂ ਰਹੀ। ਹੁੰਦਾ ਕੀ ਆ ਕਿ ਲੋਕ ਜਿਹੜੇ ਨਸ਼ਾ ਕਰਨ ਵਾਲੇ ਨੇ, ਜਿਹੜਾ ਬੰਦਾ ਉਹਨਾਂ ਨੂੰ ਡਰੱਗ ਦੇ ਕੇ ਜਾਂਦਾ, ਵੇਚ ਕੇ ਜਾਂਦਾ, ਉਹਦੇ ਵਿੱਚ ਉਸ ਡਰੱਗ ਦੀ ਮਾਤਰਾ ਕਿੰਨੀ ਆ ਇਹਦਾ ਉਹਨੂੰ ਪਤਾ ਨਹੀਂ ਹੁੰਦਾ ਤੇ ਉਹ ਜਦੋਂ ਡੋਜ਼ ਲੈਂਦਾ ਤੇ ਉਹਦੇ ਨਾਲ ਮੌਤ ਹੋ ਜਾਂਦੀ ਹੈ। 5-6 ਮੌਤਾਂ ਰੋਜ਼ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋ ਰਹੀਆਂ। ਹੁਣ ਅੰਕੜੇ ਜਿਹੜੇ ਆ ਰਹੇ ਆ ਕਿ ਪਿਛਲੇ ਸਾਲ ਇਹਨਾਂ ਮਹੀਨਿਆਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਨਾਲੋਂ ਇਸ ਸਾਲ ਇਹਨਾਂ ਮਹੀਨਿਆਂ ਦੇ ਵਿੱਚ ਹੋਈ ਮੌਤਾਂ ਦੀ ਗਿਣਤੀ ਦੇ ਵਿੱਚ ਥੋੜ੍ਹੀ ਬਹੁਤ ਕਮੀ ਆਈ ਹੈ, ਪਰ ਮਾਮਲਾ ਰੁਕ ਨਹੀਂ ਰਿਹਾ। ਹੁਣ ਇਹ ਉਸ ਵੇਲੇ ਅਸੀਂ ਗੱਲਬਾਤ ਕਰ ਰਹੇ ਹਾਂ ਜਦੋਂ ਡਰੱਗ ਨੂੰ ਡੀਕ੍ਰਿਮੀਨਲਾਈਜੇਸ਼ਨ ਦੀ ਗੱਲਬਾਤ ਵੀ ਚੱਲੀ ਆ ਕਿ ਜਿਹੜਾ ਬੰਦਾ ਖਾਣ ਪੀਣ ਦੇ ਲਈ ਇਹ ਸਾਰਾ ਕੁਛ ਰੱਖਦਾ ਆ, ਫੀਮ, ਡੋਡੇ, ਮੈਥਾਫੈਂਟਾਮੀਨ ਜਾਂ ਕੋਕੇਨ, ਉਹਨੂੰ ਕੁਛ ਵੀ ਨਾ ਕਿਹਾ ਜਾਵੇ। ਜੇਕਰ 18 ਸਾਲ ਤੋਂ ਉੱਤੇ ਆ ਤਾਂ 2.5 ਗ੍ਰਾਮ ਕੋਕੇਨ, ਮੈਥਾਫੈਂਟਾਮਾਈਨ, MDMA ਜਾਂ ਹੋਰ ਜਿਹੜੀਆਂ ਡਰੱਗਸ ਹੈਗੀਆਂ, ਉਹ ਜਿਹੜੀਆਂ ਹਾਰਡ ਡਰੱਗਸ ਨੇ, ਉਹ ਆਪਣੇ ਕੋਲ ਰੱਖ ਸਕਦਾ, ਜਿਹਨੂੰ ਲੈ ਕੇ ਕਾਫੀ ਚਰਚਾ ਪਿਛਲੇ ਦਿਨਾਂ ਤੋਂ ਚੱਲੀ ਆ ਰਹੀ ਆ। ਸਰਕਾਰ ਇਹਨੂੰ ਰੋਕਣ ਦਾ ਯਤਨ ਕਰ ਰਹੀ ਆ। ਅਗਲੇ ਸਾਲ 31 ਜਨਵਰੀ 2023 ਤੋਂ ਇਹ ਸਾਰਾ ਕੁਝ ਸ਼ੁਰੂ ਹੋਣਾ ਤੇ 3 ਸਾਲ 31 ਜਨਵਰੀ 2026 ਤੱਕ ਟਰਾਇਲ ਚੱਲਣਾ। ਉਹਦੇ ਤੋਂ ਬਾਅਦ ਫਿਰ ਫੈਸਲਾ ਕੀਤਾ ਜਾਣਾ ਕਿ ਇਹ ਜਿਹੜਾ ਕਾਮਯਾਬ ਹੁੰਦਾ ਆ ਇਹ ਅੱਗੇ ਵਧਾਇਆ ਜਾਣਾ ਜਾਂ ਇਹਨੂੰ ਇੱਥੇ ਰੋਕਿਆ ਜਾਣਾ ਆ। ਕੁਝ ਸ਼ਹਿਰਾਂ ਦੇ ਵਿੱਚ ਇਹ ਮੌਤਾਂ ਜਿਹੜੀਆਂ ਇਹ ਕਾਫੀ ਜ਼ਿਆਦਾ ਹੋ ਰਹੀਆਂ ਆ ਤੇ ਉੱਥੇ ਇਹ ਇੱਕ ਚਿੰਤਾ ਦਾ ਵਿਸ਼ਾ ਵੀ ਆ।
ਦੂਜਾ ਤਰੀਕਾ ਕੀ ਆ ਕਿ ਇਹਨਾਂ ਸਾਰੀਆਂ ਮੌਤਾਂ ਨੂੰ ਰੋਕਣ ਦੇ ਲਈ ਇੱਕ ਖਾਸ ਤੌਰ ਦੇ ਉੱਤੇ ਜਿਹੜਾ ਤਰੀਕਾ ਕੀਤਾ ਜਾਂਦਾ ਕਿ ਜਿਹੜਾ ਬੰਦਾ ਜਿਹੜਾ ਖਾਣ ਵਾਲਾ ਡਰੱਗ ਲੈ ਰਿਹਾ ਉਹਦੇ ਵਿੱਚ ਫੈਂਟਾਨਿਲ ਮਿਲੀ ਆ। ਫੈਂਟਾਨਿਲ ਖਤਰਨਾਕ ਬਹੁਤ ਆ। ਸਰਕਾਰ ਨੇ ਹੁਣ ਕੁਝ ਕਿਟਸ ਦਿੱਤੀਆਂ ਆ, ਟੈਸਟ ਸਟ੍ਰਿਪਸ ਦਿੱਤੀਆਂ, ਮਤਲਬ ਕੁਝ ਟੈਸਟ ਕਰਨ ਵਾਲੀਆਂ ਚੀਜ਼ਾਂ ਆ ਕਿ ਤੁਸੀਂ ਜਿਹੜਾ ਨਸ਼ਾ ਕਰਨਾ, ਇਹ ਨਸ਼ਾ ਕਰਨ ਤੋਂ ਪਹਿਲਾਂ ਉਹ ਸਟ੍ਰਿਪ ਦੇ ਨਾਲ ਆਪਣੀ ਖਾਣ ਵਾਲੀ ਡਰੱਗ ਦੇ ਵਿੱਚ ਚੈੱਕ ਕਰ ਲਓ ਵੀ ਫੈਂਟਾਨਿਲ ਕਿੰਨੀ ਆ, ਤੇ ਜੇ ਫੈਂਟਾਨਿਲ ਜ਼ਿਆਦਾ ਹੈ ਫਿਰ ਉਹਨੂੰ ਨਾ ਖਾਓ। ਤੇ ਇਹ ਤਰੀਕਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਵਰਤਿਆ ਜਾਂਦਾ। ਦੋ ਤਰੀਕੇ ਦੇ ਵਰਤੇ ਜਾਂਦੇ। ਇੱਕ ਤਾਂ ਜਿਹੜਾ ਕੋਈ ਨਸ਼ਾ ਕਰਨ ਵਾਲਾ ਜਿਹੜੀਆਂ ਸਾਡੀਆਂ ਇੰਜੈਕਸ਼ਨ ਸਾਈਟਸ ਨੇ ਵੈਨਕੂਵਰ ਦੇ ਵਿੱਚ ਜਾਂ ਆਲੇ ਦੁਆਲੇ, ਜਿੱਥੇ ਜਿਹੜੀਆਂ ਸੇਫ ਇੰਜੈਕਸ਼ਨ ਸਾਈਟਸ ਨੇ, ਜਿੱਥੇ ਆ ਕੇ ਬੈਠ ਕੇ ਲੋਕ ਨਸ਼ਾ ਕਰਦੇ ਆ। ਸਰਕਾਰ ਕਹਿੰਦੀ ਵੀ ਤੁਸੀਂ ਆਹ ਜਗ੍ਹਾ ਆ, ਇਸ ਜਗ੍ਹਾ ਦੇ ਉੱਤੇ ਆ ਕੇ ਨਸ਼ਾ ਕਰ ਲਓ, ਅਤੇ ਜਿਹੜੀ ਜੇ ਤੁਹਾਨੂੰ ਕੁਛ ਹੋ ਜਾਂਦਾ ਤਾਂ ਅਸੀਂ ਚੱਕ ਕੇ ਤੁਹਾਨੂੰ ਹਸਪਤਾਲ ਲੈ ਜਾਵਾਂਗੇ ਜਾਂ ਤੁਹਾਡਾ ਇਲਾਜ ਕਰ ਲਾਂਗੇ। ਉੱਥੇ ਟੈਸਟ ਸਟ੍ਰਿਪ ਹੈਗੀਆਂ ਕਿ ਜਿਹੜਾ ਬੰਦਾ ਉੱਥੇ ਨਸ਼ਾ ਕਰਨ ਆਉਂਦਾ, ਉੱਥੇ ਜਿਹੜੇ ਬੰਦੇ ਨੇ ਜਾਂ ਮੁਲਾਜ਼ਮ ਨੇ, ਉਹ ਪਹਿਲਾਂ ਉਸ ਸਟ੍ਰਿਪ ਦੇ ਨਾਲ ਚੈੱਕ ਕਰ ਲੈਂਦੇ ਵੀ ਇਹ ਨਸ਼ੇ ਦੇ ਵਿੱਚ ਫੈਂਟਾਨਿਲ ਕਿੰਨੀ ਹੈ। ਜੇ ਜ਼ਿਆਦਾ ਹੈ ਉਹ ਕਹਿੰਦੇ ਇਹਨੂੰ ਨਾ ਖਾ, ਜੇ ਖਾਧਾ ਤਾਂ ਤੇਰੀ ਮੌਤ ਹੋ ਜਾਣੀ ਹੈ। ਫਿਰ ਦੂਜਾ ਤਰੀਕਾ ਇਹ ਆ ਕਿ ਉੱਥੋਂ ਤੁਸੀਂ ਸਟ੍ਰਿਪ ਘਰ ਲਿਜਾ ਸਕਦੇ ਆ, ਕਿ ਉਹ ਜਿਹੜੀਆਂ ਟੈਸਟ ਕਰਨ ਵਾਲੀਆਂ ਸਟ੍ਰਿਪਸ ਨੇ ਉਹਨਾਂ ਨੂੰ ਤੁਸੀਂ ਘਰ ਲੈ ਜਾਓ, ਅਤੇ ਜਦੋਂ ਤੁਸੀਂ ਨਸ਼ਾ ਕਰਨਾ ਹੈ ਉਹ ਨਸ਼ਾ ਕਰਨ ਤੋਂ ਪਹਿਲਾਂ ਸਟ੍ਰਿਪ ਦੇ ਨਾਲ ਉਹਦੀ ਡਿਗਰੀ, ਉਹਦੀ ਡੋਜ਼ ਚੈੱਕ ਕਰ ਲਓ ਇਹਦੇ ਵਿੱਚ ਫੈਂਟਾਨਿਲ ਕਿੰਨੀ ਆ, ਅਤੇ ਜੇ ਜ਼ਿਆਦਾ ਆ ਤੁਸੀਂ ਫਿਰ ਉਹਦੀ ਵਰਤੋਂ ਨਾ ਕਰੋ। ਹੁਣ ਜਿਹੜੀ ਰਿਪੋਰਟ ਸਾਹਮਣੇ ਆਈ ਆ ਕਿ ਦੋਵੇਂ ਤਰੀਕੇ ਕਾਮਯਾਬ ਨੇ। ਚਾਹੇ ਤੁਸੀਂ ਉੱਥੇ ਆ ਕੇ ਇਹਨੂੰ ਚੈੱਕ ਕਰਵਾ ਲਓ, ਅਤੇ ਚਾਹੇ ਘਰ ਸਟ੍ਰਿਪ ਲੈ ਜਾਓ, ਘਰ ਵੀ ਓਨੀ ਇਫੈਕਟਿਵ ਹੈਗੀ ਆ। ਅਤੇ ਇਹ ਰਿਸਰਚ ਦੇ ਵਿੱਚ ਕੰਪੇਅਰ ਕੀਤਾ ਗਿਆ ਸੀ ਇਹ ਡਿਟੈਕਸ਼ਨ ਰੇਟ ਨੂੰ 2019 ਦੇ 3 ਮਹੀਨਿਆਂ ਦੇ ਵਿੱਚ ਦੱਸਿਆ ਗਿਆ ਕਿ ਇਹ ਸਾਰੇ ਦੇ ਸਾਰੇ ਕਾਮਯਾਬ ਆ। 1768 ਓਪੀਓਇਡ ਡਰੱਗ ਸੈਂਪਲ ਟੈਸਟ ਕੀਤੇ ਗਏ ਸੀ, ਜਿਹਦੇ ਵਿੱਚ ਪੋਜ਼ੀਟਿਵਿਟੀ ਰੇਟ ਘਰ ਲਿਜਾਂਦੀਆਂ ਸਟ੍ਰਿਪਾਂ ਦਾ ਅਤੇ ਜਿਹੜੀਆਂ ਉੱਥੇ ਟ੍ਰੇਨਡ ਸਟਾਫ ਨੇ ਜਿਹੜੀਆਂ ਉਹ ਟੈਸਟ ਕੀਤਾ, ਦੋਵਾਂ ਦੇ ਵਿੱਚ 90% ਆਇਆ। ਸੋ ਜੇ ਕੋਈ ਵੀ ਨਸ਼ਾ ਕਰਦਾ ਆ ਉਹ ਫੈਂਟਾਨਿਲ ਟੈਸਟ ਸਟ੍ਰਿਪ ਆਪਣੇ ਨਾਲ ਰੱਖੇ। ਜਦੋਂ ਉਹਨੇ ਨਸ਼ਾ ਕਰਨਾ ਆ ਉਹਦੇ ਨਾਲ ਚੈੱਕ ਕਰ ਲਏ ਕਿ ਜਿਹੜੀ ਖੁਰਾਕ, ਜਿਹੜੀ ਨਸ਼ੇ ਦੀ ਡੋਜ਼ ਮੈਂ ਲੈਣ ਲੱਗਾ ਆ, ਇਹਨੂੰ ਪਹਿਲਾਂ ਮੈਂ ਚੈੱਕ ਕਰ ਲਾਂ ਵੀ ਇਹਦੇ ਵਿੱਚ ਨਸ਼ਾ ਕਿੰਨਾ ਕੁ ਹੈ, ਜਾਂ ਬੇਸਿਕਲੀ ਫੈਂਟਾਨਿਲ ਕਿੰਨੀ ਕੁ ਆ। ਵੈਨਕੂਵਰ ਕੋਸਟਲ ਹੈਲਥ ਤੇ BC ਸੈਂਟਰ ਫॉर ਸਬਸਟੈਂਸ ਯੂਜ਼ ਜਿਹੜਾ ਆ ਉਹਨਾਂ ਨੇ, ਜਾਂ BC ਸੈਂਟਰ ਫॉर ਡਿਜ਼ੀਜ਼ ਕੰਟਰੋਲ, ਇਹਨਾਂ ਸਾਰਿਆਂ ਨੇ ਰਲ ਕੇ ਇਹ ਉਪਰਾਲਾ ਕੀਤਾ ਆ ਕਿ ਤੁਸੀਂ ਜਦੋਂ ਲੋਕ ਟੈਸਟ ਕਰਦੇ ਆ ਇਸ ਓਪੀਓਇਡ ਸੈਂਪਲ ਨੂੰ, ਤੇ ਉਹ ਇਸ ਇਨਫੋਰਮੇਸ਼ਨ ਦੇ ਉੱਤੇ ਰਿਲਾਈ ਕਰ ਸਕਦੇ ਆ ਅਤੇ ਬਚ ਸਕਦੇ ਆ ਮੌਤ ਦੇ ਮੂੰਹ ਦੇ ਵਿੱਚ ਜਾਣੋ। ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 80% ਲੋਕ ਓਵਰਡੋਜ਼ ਦੇ ਨਾਲ ਮਰਦੇ ਆ, ਉਹ ਇਕੱਲੇ ਹੁੰਦੇ ਆ, ਮਤਲਬ ਉਹਨਾਂ ਦੇ ਨੇੜੇ ਕੋਈ ਹੈ ਨਹੀਂ, ਕਿਉਂਕਿ ਜੇ ਕੋਈ ਨੇੜੇ ਹੋਵੇ ਤਾਂ ਉਹਨਾਂ ਨੂੰ ਮਰਨ ਲੱਗਿਆ ਨੂੰ ਕੋਈ ਨਾ ਕੋਈ ਚੱਕ ਕੇ ਲੈ ਜਾਊਗਾ ਅਤੇ ਉਹਨਾਂ ਦਾ ਬਚਾਅ ਕਰ ਲਊਗਾ। ਦੂਜੀ ਗੱਲ, ਜਿਹੜੇ 50% ਤੋਂ ਜ਼ਿਆਦਾ ਆ ਉਹ ਪ੍ਰਾਈਵੇਟ ਰੈਜ਼ੀਡੈਂਸ ਦੇ ਵਿੱਚ ਉਹਨਾਂ ਦੀ ਮੌਤ ਹੋ ਰਹੀ ਹੈ। ਦੋਵਾਂ ਥਾਵਾਂ ਦੇ ਉੱਤੇ ਮਾਮਲਾ ਸਿੱਧਾ ਜਿਹਾ ਆ ਕਿ ਮੰਨ ਲਓ ਜੇ ਉਹ ਜਿਹੜਾ ਵੀ ਨਸ਼ਾ ਕਰ ਰਿਹਾ, ਕੋਕੇਨ ਲੈ ਰਿਹਾ ਜਾਂ ਕੋਈ ਹੋਰ ਨਸ਼ਾ ਲੈ ਰਹੇ ਆ, ਜੇ ਉਦਾਹਰਣ ਵਜੋਂ ਮੰਨ ਲਓ 1 ਗ੍ਰਾਮ ਰੋਜ਼ ਲੈਂਦੇ ਆ, ਤਾਂ ਉਹ 1 ਗ੍ਰਾਮ ਦੇ ਵਿੱਚ ਜਿਹੜੇ ਡਰੱਗ ਵੇਚਣ ਵਾਲੇ ਨੇ ਉਹ ਫੈਂਟਾਨਿਲ ਮਿਲਾ ਕੇ ਭੇਜ ਦਿੰਦੇ ਆ। ਅਤੇ ਫੈਂਟਾਨਿਲ ਇਸ ਕਰਕੇ ਮਿਲਾਈ ਜਾਂਦੀ ਵੀ ਉਹਦਾ ਨਸ਼ਾ ਜ਼ਿਆਦਾ ਹੋਵੇ ਅਤੇ ਕੱਲ੍ਹ ਨੂੰ ਇਹ ਬੰਦਾ ਨਸ਼ਾ ਮੇਰੇ ਕੋਲੋਂ ਹੀ ਲਵੇ, ਕਿਉਂਕਿ ਮੇਰਾ ਨਸ਼ਾ ਵਧੀਆ ਆ। ਹੁਣ ਜਦੋਂ ਉਹ ਨਸ਼ਾ ਉਸ ਕੋਕੇਨ ਜਾਂ ਦੂਜੀਆਂ ਚੀਜ਼ਾਂ ਦੇ ਵਿੱਚ ਫੈਂਟਾਨਿਲ ਪਾਉਂਦੇ ਆ ਤਾਂ ਉਹਨਾਂ ਨੂੰ ਇਹ ਨਹੀਂ ਖਿਆਲ ਰਹਿੰਦਾ ਵੀ ਇਹ ਕਿੰਨੀ ਪਾਉਣੀ ਆ। ਥੋੜ੍ਹੀ ਜਿਹੀ ਉਹਦੀ ਜ਼ਿਆਦਾ ਮਾਤਰਾ ਪਈ ਵੀ ਬੰਦੇ ਦੀ ਮੌਤ ਦਾ ਕਾਰਨ ਬਣ ਜਾਂਦੀ ਆ। ਇਹੀ ਵੱਡਾ ਕਾਰਨ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਓਵਰਡੋਜ਼, ਡਰੱਗ ਓਵਰਡੋਜ਼ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ। ਅਤੇ ਜਿਹੜਾ ਹੁਣ ਇੱਕ ਨਵਾਂ ਤਰੀਕਾ ਉਹਨਾਂ ਨੇ ਕੱਢਿਆ ਕਿ ਤੁਸੀਂ ਟੈਸਟ ਕਰਨ ਵਾਲੀ ਸਟ੍ਰਿਪ ਲੈ ਜਾਓ, ਜਿਹੜਾ ਵੀ ਨਸ਼ਾ ਕਰਨਾ, ਤੁਸੀਂ ਇਲੀਗਲ ਨਸ਼ਾ ਆ, ਤੁਸੀਂ ਕਿਸੇ ਤੋਂ ਗਲਤ ਤਰੀਕੇ ਨਾਲ ਖਰੀਦਿਆ, ਪਰ ਫਿਰ ਵੀ ਤੁਹਾਨੂੰ ਕੁਛ ਨਹੀਂ ਕਹਿੰਦੇ, ਤੁਸੀਂ ਉਹ ਸਟ੍ਰਿਪ ਲਿਜਾ ਕੇ ਨਸ਼ਾ ਕਰਨ ਤੋਂ ਪਹਿਲਾਂ ਚੈੱਕ ਕਰ ਲਓ। ਉਹਦੇ ਨਾਲ ਤੁਹਾਨੂੰ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਇਹਦੇ ਸੰਬੰਧੀ ਮਿਲ ਜਾਊਗੀ ਕਿ ਇਹ ਨਸ਼ਾ ਕਿੰਨਾ ਕੁ ਸੇਫ ਆ, ਮੈਨੂੰ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਬਹੁਤ ਸਾਰੀਆਂ ਮੌਤਾਂ ਇਹਦੇ ਨਾਲ ਹੋਣ ਤੋਂ ਬਚ ਸਕਦੀਆਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਆਈਆਂ ਰਿਪੋਰਟਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਦੋਸਤੋ, ਅਸੀਂ ਇਸ ਵੇਲੇ ਖੜ੍ਹੇ ਹਾਂ ਲਕਸ਼ਮੀ ਨਾਰਾਇਣ ਮੰਦਿਰ ਸਰੀ ਦੇ ਵਿੱਚ। ਬਾਰ-ਬਾਰ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਇੱਥੇ ਇਲੈਕਸ਼ਨ ਆ। ਦੋਵੇਂ ਧਿਰਾਂ ਆਪਣਾ ਆਪਣਾ ਪੱਖ ਦੱਸ ਰਹੀਆਂ ਨੇ। ਇੱਕ ਧਿਰ ਜਿਹੜੀ ਰਾਜੇਸ਼ ਜਿੰਦਲ ਜੀ ਦੀ ਟੀਮ ਆ ਉਹ, ਅਤੇ ਦੂਜੇ ਪਾਸੇ ਸਤੀਸ਼ ਜੀ ਦੀ ਟੀਮ ਆ। ਤੁਸੀਂ ਸਾਰੇ ਜਾਣਦੇ ਹੋ, ਦੋਵਾਂ ਦੇ ਆਪਣੇ ਆਪਣੇ ਪੱਖ ਨੇ। ਦੋਵੇਂ ਟੀਮਾਂ ਇਕੱਠੀਆਂ ਸੀ, ਉਹਨਾਂ ਦੇ ਵਿਚਾਰਧਾਰਕ ਮਤਭੇਦ ਨੇ, ਕੰਮ ਕਰਨ ਦੇ ਮਤਭੇਦ ਨੇ, ਜਿਹਨੂੰ ਲੈ ਕੇ 24, 25 ਅਤੇ 26 ਜੂਨ ਨੂੰ ਇਲੈਕਸ਼ਨ ਹੋ ਰਹੀ ਆ। ਅੱਜ ਅਸੀਂ ਆਏ ਹਾਂ ਸਤੀਸ਼ ਜੀ, ਵਿਨੇ ਜੀ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਕਿ ਉਹਨਾਂ ਦਾ ਜਿਹੜਾ
ਰਾਜੇਸ਼ ਜਿੰਦਲ ਜੀ ਦੀ ਟੀਮ ਨੇ ਕੁਛ ਗੱਲਾਂ ਕੀਤੀਆਂ, ਉਹਨਾਂ ਦੇ ਉੱਤੇ ਉਹਨਾਂ ਦਾ ਰਿਐਕਸ਼ਨ ਕੀ ਆ, ਉਹਦੇ ਬਾਰੇ ਕੀ ਗੱਲ ਸਪਸ਼ਟ ਕਰਨਾ ਚਾਹੁੰਦੇ ਨੇ। ਵਿਨੈ ਜੀ, ਮੈਂ ਤੁਹਾਡੇ ਤੋਂ ਸ਼ੁਰੂ ਕਰਦਾ। ਸਭ ਤੋਂ ਪਹਿਲਾਂ ਤਾਂ ਸਾਨੂੰ ਬਾਰ-ਬਾਰ ਆਉਣਾ ਪੈਂਦਾ, ਉਹ ਟੀਮ ਦੀ ਗੱਲ ਕਰਦੇ ਹੋ, ਫਿਰ ਉਹਦਾ ਰਿਐਕਸ਼ਨ ਤੁਸੀਂ ਦਿੰਦੇ ਹੋ, ਤੁਹਾਡਾ ਰਿਐਕਸ਼ਨ ਉਹ ਦਿੰਦੇ ਆ। ਇੱਦਾਂ ਹੋ ਸਕਦਾ ਵੀ ਇੱਕ ਦਿਨ ਇਕੱਠੇ ਹੋ ਜਾਓ ਅਤੇ ਮੀਡੀਆ ਸੱਦ ਕੇ ਇੱਥੇ ਸਾਰੀਆਂ ਗੱਲਾਂ ਬਾਤਾਂ ਸਾਹਮਣੇ ਹੀ ਹੋ ਜਾਣ ਜੀ? ਬਿਲਕੁਲ ਤੁਹਾਡੀ ਗੱਲ ਸਹੀ ਹੈ, ਔਰ ਮੈਂ ਇਹਦਾ ਹਾਮੀ ਹਾਂ ਕਿ ਸਾਰੇ ਅਸੀਂ ਕੰਮਾਂ ਕਾਰਾਂ ਵਾਲੇ ਲੋਕ ਹਾਂ, ਵੋਲੰਟੀਅਰ ਕੰਮ ਕਰਦੇ ਹਾਂ। ਬੜਾ ਮੁਸ਼ਕਿਲ ਹੁੰਦਾ ਜਦੋਂ ਮੀਡੀਆ ਬੁਲਾਉਂਦਾ, ਮੀਡੀਆ ਨੂੰ ਨਾ ਨਹੀਂ ਕਰ ਸਕਦੇ, ਕਿਉਂਕਿ ਮੀਡੀਆ ਹੀ ਹੈ ਜਿਹੜੀ ਸਾਡੀ ਆਵਾਜ਼ ਸਾਰਿਆਂ ਤੱਕ ਪਹੁੰਚਾਉਂਦਾ। ਫਿਰ ਅਸੀਂ ਆਉਣਾ ਪੈਂਦਾ ਕੰਮ ਛੱਡ ਕੇ। ਕਿਉਂ ਨਹੀਂ ਇੱਕ ਦਿਨ ਆਪਾਂ ਇਹੋ ਜਿਹਾ ਲੈਂਦੇ ਹਾਂ, ਦੋਨੇ ਟੀਮਾਂ ਆਮਣੇ ਸਾਹਮਣੇ ਬਿਠਾ ਕੇ ਸਾਰਾ ਮੀਡੀਆ, ਸਾਰੀ ਪਬਲਿਕ ਆ ਜਾਵੇ ਅਤੇ ਸਵਾਲ ਜਵਾਬ ਹੋ ਜਾਣ। ਉੱਥੇ ਪਤਾ ਲੱਗ ਜਾਏਗਾ ਪਾਣੀ ਦਾ ਪਾਣੀ ਅਤੇ ਦੁੱਧ ਦਾ ਦੁੱਧ ਉੱਥੇ ਹੋ ਜਾਣਾ, ਸੱਚ ਝੂਠ ਦਾ ਫੈਸਲਾ ਹੋ ਜਾਣਾ। ਜਦੋਂ ਆਪਾਂ ਦੂਰੋਂ ਦੂਰੋਂ ਗੱਲਾਂ ਕਰਦੇ ਹਾਂ ਅਤੇ ਉਹ ਫਿਰ ਗੱਲ ਕਈ ਵਾਰ ਪ੍ਰੋਪਰਲੀ ਪਹੁੰਚਦੀ ਨਹੀਂ ਹੈ। ਕੌਣ ਝੂਠ ਬੋਲ ਰਿਹਾ, ਕੌਣ ਸੱਚ ਬੋਲ ਰਿਹਾ, ਕਿਹਦੇ ਕੋਲ ਕਿੰਨੀ ਨੌਲੇਜ ਹੈ। ਜਿਹੜੀ ਦੂਜੀ ਟੀਮ ਹੈ ਉਹਦੇ ਵਾਈਸ ਪ੍ਰਧਾਨ ਸਾਹਿਬ, ਉਹਦੇ ਪ੍ਰਧਾਨ ਸਾਹਿਬ, ਉਹਨਾਂ ਦੇ ਖਜ਼ਾਨਚੀ, ਕੀ ਪਲਾਨ ਨੇ ਉਹਨਾਂ ਦੇ, ਕੀ ਉਹਨਾਂ ਨੇ ਕਰਨਾ, ਉਹਨਾਂ ਦੇ ਸੈਕਟਰੀ ਸਾਹਿਬ ਅਤੇ ਬਾਕੀ ਸਾਰੀ ਟੀਮ ਜਿਹੜੀ ਹੈ ਉਹ ਸਾਰੇ ਇੱਕ ਟਾਈਮ ਸਾਡੇ ਨਾਲ ਜਾਂ ਤੁਹਾਡੇ ਨਾਲ ਕਿਸੇ ਨਾਲ ਵੀ ਸੈੱਟ ਕਰ ਲੈਣ। ਆਪਾਂ ਸੰਡੇ ਦੇ ਦਿਨ ਇੱਥੇ ਸਾਰੇ ਇਕੱਠੇ ਹੁੰਦੇ ਹਾਂ, ਉਹ ਹੋ ਸਕਦਾ, ਜਾਂ ਕਿਹੜਾ ਵੀ ਦਿਨ ਉਹਨਾਂ ਦੀ ਮਰਜ਼ੀ ਦਾ ਆ। ਔਰ ਆਪਾਂ ਉਹਦੇ ਲਈ ਬਿਲਕੁਲ ਰੈਡੀ। ਓਪਨ ਡਿਬੇਟ ਹੋ ਜਾਏ, ਮੀਡੀਆ ਵਾਲੇ ਆ ਜਾਣ, ਸੰਗਤ ਆ ਜਾਏ। ਮੈਂ ਤਾਂ ਇਹ ਸਮਾਂ ਕਹਿੰਦਾ ਕਿ ਇਲੈਕਸ਼ਨ ਦੀ ਲੋੜ ਹੀ ਨਹੀਂ, ਉਦੋਂ ਹੀ ਹੱਥ ਖੜੇ ਕਰਾ ਲਓ। ਜਿਹਦੇ ਫੇਵਰ 'ਚ ਜਨਤਾ ਚਲੀ ਜਾਏਗੀ ਉੱਥੇ ਕੰਮ ਖਤਮ ਕਰ ਦਾਂਗੇ। ਸੋ ਅਸੀਂ ਬਿਲਕੁਲ ਤਿਆਰ ਹਾਂ ਜੀ, ਕਿਉਂਕਿ ਸਾਨੂੰ ਕੋਈ ਡਰ ਨਹੀਂ, ਕੋਈ ਛੁਪਾ ਨਹੀਂ, ਜੋ ਹੈ ਸਾਹਮਣੇ ਹੈ, ਓਪਨ ਹੈ। ਔਰ ਸਤੀਸ਼ ਜੀ ਦਾ ਕੰਮ ਕਰਨ ਦਾ ਸਟਾਈਲ ਹੀ ਇਹ ਆ, ਉਹ ਤਾਂ ਫੋਨ ਵੀ ਸਪੀਕਰ ਫੋਨ 'ਤੇ ਸੁਣਦੇ ਆ। ਜਿੰਨੇ ਬੰਦੇ ਉਹਨਾਂ ਦੇ ਨਾਲ ਖੜੇ ਆ, ਸਭ ਨੂੰ ਜਿਹੜੀ ਵੀ ਉਹ ਗੱਲ ਕਿਸੇ ਨਾਲ ਕਰਦੇ ਆ ਸੁਣਦੀ ਰਹਿੰਦੀ ਆ। ਸੋ ਲੁਕਾਉਣ ਛਪਾਉਣ 'ਤੇ ਕੋਈ ਗੱਲ ਹੀ ਨਹੀਂ। ਸਾਡੇ ਟਰੈਜਰ ਇੰਨੇ ਵਧੀਆ ਨੇ ਕਿ ਉਹਨਾਂ ਨੇ ਸਭ ਕੁਛ ਔਨਲਾਈਨ ਚੀਜ਼ਾਂ ਕੀਤੀਆਂ ਹੋਈਆਂ, ਸੋ ਕੋਈ ਲੁਕਾਉਣ ਵਾਲੀ ਗੱਲ ਨਹੀਂ ਹੈ। ਟੀਮ ਬਹੁਤ ਅੱਛੀ ਹੈ, ਟੀਮ ਬੜੀ ਹਾਰਡ ਵਰਕਿੰਗ ਹੈ, ਟੀਮ ਬੜੀ ਵਿਜ਼ਨਰੀ ਹੈ। ਔਰ ਇਸ ਵਾਰ ਅਸੀਂ ਬੜੀ ਮੁਸ਼ਕਿਲ ਦੇ ਨਾਲ ਬਹੁਤ ਸਾਰੀ ਇੱਕ ਲੇਡੀਜ਼ ਦੀ ਟੀਮ ਬਣਾਈ ਆ, ਜਿਹੜੀ ਕਿ ਮੰਦਿਰ ਦੇ ਕਾਰਿਕ੍ਰਮ ਹੁੰਦੇ ਨੇ, ਚਾਹੇ ਉਹ ਭਜਨ ਕੀਰਤਨ ਹੈ, ਚਾਹੇ ਭਗਵਾਨ ਦੀਆਂ ਮੂਰਤੀਆਂ ਦੇ ਵਸਤਰ ਪਵਾਉਣ ਦੀ ਗੱਲ ਹੈ, ਜਾਂ ਕਿਚਨ ਦੇ ਵਿੱਚ ਹੈ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਐਪਰੀਸ਼ੀਏਟ ਨਹੀਂ ਕੀਤਾ ਗਿਆ, ਇੰਨਾ ਹੀ ਦੂਰ ਕਰ ਦਿੱਤਾ। ਉਹ ਖੁਦ ਬਹੁਤ ਡੀਮੋਟੀਵੇਟ ਹੋ ਗਈਆਂ ਲੇਡੀਜ਼। ਅਤੇ ਅਸੀਂ ਟੀਨਾ ਜੀ ਨੇ, ਗੁਰਮੀਤ ਜੀ ਨੇ, ਰਾਜ ਬਖਸ਼ੀ ਜੀ ਨੇ, ਉਹ ਸਾਰਿਆਂ ਦੀ ਇੱਕ ਟੀਮ ਅੱਛੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਬੋਰਡ ਦੇ ਵਿੱਚ ਵੀ ਨਵੇਂ ਚਿਹਰੇ ਲੈ ਕੇ ਆਏ ਹਾਂ। ਕੌਂਸਲ ਦੇ ਵਿੱਚ ਆਲਰੇਡੀ ਰਸਿਕਾ ਚਾਰੀਆ ਜੀ ਨੇ, ਜਿਹੜੇ ਕਿ ਇੱਕ ਲੇਡੀ ਆਵਾਜ਼ ਹੈ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਲੋਕ ਜਿਹੜੇ ਰਲ ਮਿਲ ਕੇ, ਮਰਦ, ਔਰਤ, ਬੱਚੇ, ਬਜ਼ੁਰਗ, ਜਿਹੋ ਜੀ ਕਹਿ ਲਓ ਵੀ ਐਕਸਪਰਟੀ ਹੈ, ਜਿਹੜੀ ਸੇਵਾ ਕਰਨੀ ਚਾਹੁੰਦਾ, ਰਲ ਮਿਲ ਕੇ ਅੱਛੀ ਸੇਵਾ ਕਰੀਏ ਜੀ। ਉਹ ਕਹਿੰਦੇ ਜੀ ਗੱਲਾਂ ਘੁਮਾ ਫਰਾ ਕੇ ਮਤਲਬ ਹੋਰ ਤਰ੍ਹਾਂ ਪ੍ਰੈਜ਼ੈਂਟ ਕੀਤੀਆਂ ਗਈਆਂ, ਖਾਸ ਕਰ ਔਰਤਾਂ ਦਾ ਜਿਹੜਾ ਕੀਰਤਨ ਦਾ ਮਾਮਲਾ ਸੀ ਜਾਂ ਵਸਤਰ ਬਦਲਣ ਦਾ ਸੀਗਾ, ਵੀ ਉਹ ਗੱਲ ਇੱਦਾਂ ਨਹੀਂ ਸੀ, ਉਹਨੂੰ ਪ੍ਰੈਜ਼ੈਂਟ ਹੋਰ ਤਰੀਕੇ ਨਾਲ ਕੀਤਾ। ਮੈਨੂੰ ਇਹ ਲੱਗਦਾ ਕਿ ਜਿਹੜੀ ਔਰਤ ਨਾਲ ਗੱਲ ਹੋਈ ਉਹਨਾਂ ਨੂੰ ਬੁਲਾ ਲਾਂਗੇ, ਜਿਨ੍ਹਾਂ ਨੇ ਗੱਲ ਕਹੀ ਉਹਨਾਂ ਨੂੰ ਵੀ ਬੁਲਾ ਲਾਂਗੇ, ਆਮਣੇ ਸਾਹਮਣੇ ਗੱਲ ਹੋ ਜਾਏ। ਕਿਸੇ ਦੀ ਗੱਲ ਜੇ ਮੈਂ ਕਰੂੰਗਾ ਉਹ ਫਿਰ ਗੱਲ ਬਣਦੀ ਨਹੀਂ। ਸੋ ਜਿਨ੍ਹਾਂ ਨੇ ਗੱਲ ਕਹੀ ਆ ਉਹ ਵੀ ਆ ਜਾਣਗੇ ਉਸ ਦਿਨ, ਆਪਾਂ ਜਿਵੇਂ ਗੱਲ ਕੀਤੀ ਓਪਨ ਦੇ ਵਿੱਚ। ਔਰ ਜਿਨ੍ਹਾਂ ਨੂੰ ਕਹੀ ਆ ਉਹ ਲੇਡੀਜ਼ ਬੁਲਾ ਲਾਂਗੇ ਜੀ, ਆਮਣੇ ਸਾਹਮਣੇ ਫੈਸਲਾ ਹੋ ਜਾਏਗਾ। ਕੋਈ ਘੁਮਾਉਣੀ ਨਹੀਂ ਗੱਲ, ਆਪਾਂ ਕੋਈ ਲੁਕਾਉਣੀ ਨਹੀਂ ਗੱਲ, ਕਰਦੇ ਹਾਂ ਸਾਹਮਣੇ ਸਾਹਮਣੇ ਜੀ। ਸਤੀਸ਼ ਜੀ, ਡੋਮ ਦੇ ਮਾਮਲੇ ਦੇ ਵਿੱਚ ਕਹਿੰਦੇ ਤੁਹਾਡੀ ਪਾਰਟੀਸਪੇਸ਼ਨ ਇੰਨੀ ਹੈ ਨਹੀਂ ਸੀ ਜਿੰਨੀ ਦੱਸੀ ਜਾ ਰਹੀ ਹੈ, ਵੀ ਕੰਮ ਕਰਨ ਵਾਲੇ ਹੋਰ ਬੰਦੇ ਸੀਗੇ। ਅੱਛਾ, ਜਿੱਦਾਂ ਤੁਸੀਂ ਦੇਖੋ ਜੀ, ਮੈਂ ਮੇਰੀ ਥੋੜ੍ਹੀ ਲੀਗਲ ਬੈਕਗਰਾਊਂਡ ਵੀ ਹੈਗੀ ਆ। ਤੁਸੀਂ ਮਹੇਸ਼ ਗੁਪਤਾ ਜੀ ਦੀ ਸਟੇਟਮੈਂਟ ਨੂੰ ਚੰਗੀ ਤਰ੍ਹਾਂ ਸੁਣੋ 3-4 ਵਾਰੀ। ਕੀ ਕਹਿ ਰਹੇ ਆ ਉਹ? ਵੀ ਸਤੀਸ਼ ਨੂੰ ਤਾਂ ਰੱਖਿਆ ਸੀ ਜੀ ਮੈਨੂੰ ਕੰਸਟਰਕਸ਼ਨ ਦੀ ਨੌਲੇਜ ਨਹੀਂ ਸੀਗੀ। ਜੇ ਕੰਸਟਰਕਸ਼ਨ ਦੀ ਨੌਲੇਜ ਤਾਂ ਡੋਮ ਕਿਹਨੇ ਕਰਾਇਆ ਜੀ? ਮਹੇਸ਼ ਜੀ ਨੇ ਕਰਵਾਤਾ। ਸ਼ੋਰ ਮਹੇਸ਼ ਜੀ ਵਾਜ ਦੀ ਕੋਆਰਡੀਨੇਟਰ, ਕਿਉਂਕਿ ਹੀ ਵਾਜ ਟ੍ਰੇਜਰ। ਚੈੱਕ ਦਾ ਟ੍ਰੇਜਰ ਲਿਖਣੇ ਆ, ਮੈਂ ਤਾਂ ਚੈੱਕ ਲਿਖਣੀ ਨਹੀਂ ਜੀ, ਮੈਂ ਤਾਂ ਕੰਸਟਰਕਸ਼ਨ ਦਾ ਕੰਮ ਕਰਾਉਣਾ ਜੀ। ਮੈਂ ਵਿਟੋਰੀਆ ਗਿਆ ਨਾ ਜੀ, ਮੈਂ ਜਾ ਕੇ ਸਾਰਾ ਕੰਮ ਕਰਵਾਇਆ ਜੀ। ਮੈਂ ਮੈਂ ਆਪਣੀ ਸ਼ੋਭਾ ਨਹੀਂ ਕੋਈ ਲੈਂਦਾ, ਮੇਰੀ ਡਿਊਟੀ ਸੀ ਇਹ, ਕਿਉਂਕਿ ਅਸੀਂ ਜੁੜੇ ਮੰਦਰ ਨਾਲ ਜੀ। ਹੁਣ ਜੇ ਗੱਲਾਂ ਨਿਕਲੀਆਂ ਉਹਨੂੰ ਗੱਲ ਕਲੈਰੀਫਾਈ ਕਰਨੀ ਬਹੁਤ ਜ਼ਰੂਰੀ ਹੈ ਜੀ। ਉਹਦੇ ਵਿੱਚ ਸਾਰਾ ਜਿਹੜਾ ਸਟਰਕਚਰ ਦਾ ਕੰਮ ਮੈਂ ਕਰਾਇਆ ਜੀ। ਹੁਣ ਇਹ ਕਹਿੰਦੇ ਜੀ ਜਿਸ ਵੇਲੇ ਅਸੀਂ ਕਾਂਟਰੈਕਟ ਦਿੱਤਾ ਹੈਗਾ, ਉਦੋਂ 4 ਜਣੇ ਸੀ ਇੱਥੇ ਜੀ। ਮੈਂ ਸੀਗਾ ਜੀ, ਅਤੇ ਮਹੇਸ਼ ਗੁਪਤਾ ਜੀ ਵੀ ਸੀਗੇ, ਅਤੇ ਆਪਣਾ ਸਿੰਗਲਾ ਜੀ ਸੀਗੇ, ਅਤੇ ਪੁਰਸ਼ੋਤਮ ਜੀ ਸੀਗੇ। ਇਹ ਬਿਲਕੁਲ ਝੂਠ ਬੋਲ ਰਿਹਾ ਜੀ। ਉਹਦੇ ਵਿੱਚ ਪੁਰਸ਼ੋਤਮ ਜੀ ਉੱਥੇ ਨਹੀਂ ਸੀ ਜੀ, ਸੀਗੇ ਪ੍ਰਧਾਨ ਸੀਗੇ ਪਰ ਹੈ ਨਹੀਂ ਸੀ ਉੱਥੇ। ਸਿੰਗਲਾ ਜੀ ਸੀਗੇ ਉੱਥੇ। ਸਿੰਗਲਾ ਜੀ ਮੈਂ ਗਿਆ ਜਿਹੜੇ ਉੱਥੇ ਗਿਆ ਪਹਿਲਾਂ ਜੀ, ਸਿੰਗਲਾ ਜੀ ਕਹਿੰਦੇ ਡੋਮ ਨਹੀਂ ਲੱਗਣਾ ਚਾਹੀਦਾ ਹੈ। ਹੁਣ ਅਸੀਂ ਬੜੀ ਮਿਹਨਤ ਕੀਤੀ ਸੀ, ਮਹੇਸ਼ ਜੀ ਨੇ ਮਿਹਨਤ ਕੀਤੀ, ਨੋ ਡਾਊਟ, ਕਿਉਂਕਿ ਉਹਨਾਂ ਕੋਈ ਪੇਪਰ ਉਹਨਾਂ ਕੋਈ ਆ, ਕਿਉਂਕਿ ਮੈਂ ਤਾਂ ਪੇਪਰ ਰੱਖਣਾ ਨਹੀਂ ਜੀ, ਚਿੱਕਤ ਉਹਨਾਂ ਲਿਖਣੀ ਆ ਜੀ। ਅਤੇ ਸਿੰਗਲਾ ਜੀ ਡੋਮ ਲੱਗਣਾ ਚਾਹੀਦਾ ਜੀ। ਅਤੇ ਮੈਂ ਸਿੰਗਲਾ ਨੂੰ ਉਹਦੇ ਬਾਹਰ ਕੱਢਿਆ, ਮੈਂ ਕਿਹਾ ਯੂ ਗੋ ਵੇ। ਕਾਂਟਰੈਕਟ ਉੱਥੇ ਬੈਠਾ ਜੀ, ਤਿਆਰੀ ਹੋ ਚੁੱਕੀ ਆ, ਪੈਸੇ ਅਸੀਂ ਪਬਲਿਕ ਤੋਂ ਇਕੱਠੇ ਕਰ ਚੁੱਕੇ ਹਾਂ।
ਅਸੀਂ ਫਿਰ ਜਿਹੜਾ ਡੋਮ ਸੀ ਜੀ ਮੈਂ ਕਾਂਟੈਕਟ ਕੀਤਾ ਸਾਰਾ ਜੀ, ਮੈਂ ਧੁਰ ਤੱਕ ਉਹਦੀ ਕਰਦਾ ਰਿਹਾ ਜੀ। ਇਹ ਸਿਰਫ ਚੈੱਕਾਂ ਲਿਖਦੇ ਸੀ ਜੀ। ਹੁਣ ਮੈਨੂੰ ਨਹੀਂ ਪਤਾ ਵੀ ਕਿਹਨੇ ਡੋਮ ਲਾਇਆ। ਫਿਰ ਕਹਿੰਦੇ ਜੀ ਪ੍ਰਧਾਨ ਕੌਣ ਸੀ, ਜਿਹਦਾ ਪ੍ਰਧਾਨ ਨੂੰ ਸ਼ੋਭਾ ਮਿਲਣੀ ਚਾਹੀਦੀ ਜੀ, ਉਹ ਸੀ ਪੁਰਸ਼ੋਤਮ ਗੋਇਲ ਜੀ। ਅਸੀਂ ਉਹਨਾਂ ਦੇ ਅੰਡਰ ਕੰਮ ਕਰਦੇ ਸੀ ਜੀ। ਫਿਰ ਜੇ ਸ਼ੋਭਾ ਪ੍ਰਧਾਨ ਜੀ ਨੂੰ ਮਿਲਣੀ ਹੈ ਤਾਂ ਇਹ ਕਿੱਦਾਂ ਕਲੇਮ ਕਰ ਸਕਦੇ ਡੋਮ ਜਿਹੜਾ ਅਸੀਂ ਲਵਾਇਆ ਜੀ। ਇੱਕ ਚੰਗਾ ਲਿਖਣਾ ਡੋਮ ਲਿਖੇ ਜਾਂਦੇ ਜੀ ਕਿਤੇ। ਹੁਣ ਝੂਠ ਦੀ ਵੀ ਹੱਦ ਹੁੰਦੀ ਹੈ ਜੀ। ਅੱਛਾ, ਫਿਰ ਮੇਹੀ ਜੀ ਕਹਿੰਦੇ ਆ ਜੀ ਵੀ ਮੰਦਰ ਫੋਰਕਲੋਜ਼ ਹੋ ਰਿਹਾ ਸੀਗਾ। ਮੈਂ ਓਪਨਲੀ ਚੈਲੰਜ ਕਰ ਰਿਹਾ, ਉਦੋਂ 7 ਬੰਦਿਆਂ ਨੇ ਗਰੰਟੀ ਕੀਤੀ ਸੀ ਜੀ। ਮੈਂ ਮੰਦਰ ਵਿੱਚ ਇਨਵੋਲਵ ਨਹੀਂ ਸੀਗਾ ਜੀ। ਆਈ ਜਸਟ ਇਨਵੋਲਵ ਵਿਦ 210 ਜੀ। 7 ਬੰਦਿਆਂ ਨੇ ਗਰੰਟੀ ਕੀਤੀ, ਉਹਦੇ ਵਿੱਚ ਮੈਂ ਸੀ ਜੀ, ਇੱਕ ਜੀ ਪੁਰਸ਼ੋਤਮ ਗੋਇਲ ਜੀ ਸੀਗੇ ਜੀ, ਰਾਜ ਸਿੱਕਾ ਸੀ ਜੀ, ਇੱਕ ਮਿੱਤਰ ਜੀ ਦਾ ਹੋਟਲ ਕਰਦੇ ਹੋਣ ਜੀ ਉਹ ਸੀਗੇ ਜੀ, ਅਤੇ ਇੱਕ ਅਰੋੜਾ ਜੀ ਸੀਗੇ ਜੀ, ਅਤੇ ਇੱਕ ਆਪਣੇ ਸੀਗਾ ਜੀ ਗੁਲਸ਼ਨ ਸ਼ਰਮਾ ਦੀ ਵਾਈਫ ਸੀ, ਇੱਕ ਸਿੰਦਰ ਸ਼ਰਮਾ ਜੀ। ਅਸੀਂ ਪਰਸਨਲ ਗਰੰਟੀ ਦੇ ਕੇ ਫੋਰਕਲੋਜ਼ ਮੰਦਰ ਸੇ ਬਚਾਇਆ ਸੀ ਜੀ। ਇਹ ਕਹਿੰਦੇ ਉਹ ਸਤੀਸ਼ ਮਹਿਰੀ ਕਿੱਥੇ ਗਏ ਸੀਗੇ, ਤੁਹਾਡੀ ਕੀ ਇਨਪੁੱਟ ਆ ਪੁੱਛੋ। ਉਦੋਂ ਤੁਸੀਂ ਕੋਈ ਗਰੰਟੀ ਦਿੱਤੀ ਉਦੋਂ? ਕਲੀਅਰ ਸੀ ਤੁਸੀਂ। ਇਹਨਾਂ ਦੀ ਖਾਤਰ 2 ਵਾਰੀ ਅਸੀਂ ਕੋਰਟ 'ਚ ਜਾ ਚੁੱਕੇ ਹਾਂ ਜੀ, ਮਹੇਸ਼ ਗੁਪਤਾ ਦੀ ਖਾਤਰ। ਆਈ ਡੋਂਟ ਸੇ ਦੈਟ ਇਟਸ ਬੈਡ ਫॉर ਦੀ ਕਮਿਊਨਿਟੀ। ਜਿੰਨੀ ਵਾਰੀ ਇਹਨਾਂ ਨੇ ਪਹਿਲਾਂ ਅਰੋੜਾ ਜੀ ਨਾਲ ਲੜਾਈ ਕੀਤੀ ਜੀ, ਉਹ ਇਹਨਾਂ ਕੋਰਟ ਲੈ ਕੇ ਗਏ ਜੀ। ਫਿਰ ਸਾਡੀ ਟੀਮ 'ਚ ਹੀ ਹੁੰਦੇ ਨੇ 2014 ਵਿੱਚ ਇਹਨਾਂ ਨੇ ਕਰਨਾ ਜੋਸ਼ੀ ਨੇ ਲੜਾਈ ਕੀਤੀ ਜੀ, ਉਹ ਕੋਰਟ 'ਚ ਲੈ ਗਏ ਜੀ। ਹੁਣ ਇਹ ਕਹਿੰਦੇ ਜੀ ਅਸੀਂ ਜੀ ਸਹਿਯੋਗ ਕੀਤਾ ਜੀ। ਸਹਿਯੋਗ ਦਾ ਰੀਜ਼ਨ ਪਰ ਕਰਨ ਦਾ ਕੀ ਸੀਗਾ? ਜਿਹੜੇ ਕੋਰਟ 'ਚ ਲੈ ਕੇ ਵੀ ਟੈਂਪਲ ਹੈਵ ਨੋ ਫੰਡਸ ਲੈਫਟ ਓਵਰ, ਕਿਉਂਕਿ ਟੈਂਪਲ ਸ਼ੂ ਕਰ ਲਿਆ ਜੀ। ਗਲਤੀ ਇਹਨਾਂ ਦੀ ਸੀ ਜੀ। ਅਸੀਂ ਐਜ਼ ਏ ਟੀਮ ਪਲੇਅਰ ਸਾਨੂੰ ਟੀਮ ਨਾਲ ਸਾਥ ਦੇਣਾ ਪੈਣਾ ਸੀ ਜੀ। ਮਾਮਲਾ ਕੀ ਸੀ ਜੀ? ਮਾਮਲਾ ਕੀ ਸੀ ਜੀ? ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਲੜਾਈ ਕਰ ਲਈ, ਉੱਥੇ ਮੈਂਬਰਸ਼ਿਪ ਦਾ ਮਾਮਲਾ ਸੀ ਜੀ। ਮੈਂਬਰਸ਼ਿਪ ਵਿੱਚ ਕੀ ਸੀਗਾ ਵੀ ਜਿੱਦਾਂ ਕਿ ਅਸੀਂ ਸੋਚਿਆ ਸੀ ਵੀ ਬਹੁਤ ਪੁਰਾਣੇ ਮੈਂਬਰ ਬਣੇ ਹੋਏ ਹੈਗੇ ਆ, ਸਾਡੀ ਟੀਮ ਦਾ ਡਿਸੀਜਨ ਸੀਗਾ ਵੀ ਜਿਹੜੀ ਮੈਂਬਰਸ਼ਿਪ ਆ $100 ਲੈ ਕੇ ਉਹਨੂੰ ਰਿਨਿਊ ਕੀਤੀ ਜਾਵੇ ਜੀ। ਉਹਦੇ ਵਿੱਚ ਕੀ ਆ, ਉਹ ਚੀਜ਼ ਵਿੱਚ ਚੱਲ ਗਈ ਜੀ। ਇੱਕ ਜਿਸਲੇ ਨੇ ਮੇਸ਼ ਜੀ ਲੜੇ ਉਹਨਾਂ ਨਾਲ ਜੀ, ਉਹ ਇਸ ਚੀਜ਼ ਨੂੰ ਉੱਦਾਂ ਗੱਲ ਠੰਡੀ ਸੀ ਜੀ, ਉਹ ਚੱਕ ਕੇ ਕੋਰਟ 'ਚ ਲੈ ਗਏ ਜੀ। ਸਿੰਗਲੇ ਹੁਣੀ ਕੋਰਟ 'ਚ ਲੈ ਕੇ ਗਏ ਉਹਦੇ, ਸਿੰਗਲੇ ਕਰਨਾ ਜੋਸ਼ੀ ਐ ਸਾਰੇ ਜੀ। ਉਹਦੇ ਵਿੱਚ ਨੈਚੁਰਲੀ ਕੋਰਟ 'ਤੇ ਕੋਸਟ ਵੱਧ ਪੈਂਦੀ ਹੈ ਜੀ। ਮੰਦਰ ਕੋ ਬਿੱਲ ਦੇਣ ਨੂੰ ਪੈਸੇ ਨਹੀਂ ਸੀ। ਹੁਣ ਇਹ ਕਹਿ ਰਹੇ ਜੀ ਵੀ ਅਸੀਂ ਜੀ ਮੇਹ ਜੀ ਕਹਿ ਰਹੇ ਜੀ ਵੀ ਜਿਸ ਮੈਂ ਛੱਡ ਕੇ ਗਿਆ ਜੀ, ਉਹ 6 ਲੱਖ ਦਾ ਕਰਜ਼ਾ ਸੀ ਜੀ। ਮੇਜਰ ਟਈਏ 2014 ਤੋਂ ਪਹਿਲਾਂ ਬਣੇ ਨਹੀਂ ਵਾ ਸੈਕਟਰੀ ਰਹੇ ਹੈ ਜੀ। ਉਹਦੇ ਪੈਸੇ ਅਸੀਂ ਸਾਰੀ ਮਿਹਨਤ ਕੀਤੀ, ਸਾਰੀ ਚੀਜ਼ ਸੋ ਟੀਮ ਵਰਕ ਸੀਗਾ। ਆਈ ਵਾਜ਼ ਦੀ ਹੈਡ ਦੇ ਯਾਰ। ਮੈਂ ਆਪਣੇ ਪਰ 100% ਨਹੀਂ ਕਹਿੰਦਾ, ਮੈਂ ਹੀ ਕੰਮ ਕੀਤੇ ਸਾਰੇ, ਪਰ ਟੀਮ ਤੋਂ ਬਗੈਰ ਕੰਮ ਨਹੀਂ ਮੈਂ ਕਰ ਸਕਦਾ। ਪਰ ਜਿਹੜਾ ਦਿਮਾਗ ਦਾ ਚੱਲਣਾ ਪਊ ਕਿਸੇ ਦਾ ਜੀ, ਹੈਡ ਨੇ ਦਿਮਾਗ ਚਲਾਉਣਾ, ਕੁਛ ਕਰਨਾ ਵੀ ਆਹ ਚੀਜ਼ਾਂ ਪ੍ਰਪੋਜ਼ਲ ਲੈਣੀਆਂ ਜੀ। ਫਿਰ ਇਹਦੇ ਵਿੱਚ ਕੀ ਹੈ, ਜਿਹੜੇ ਅਸੀਂ 1.2 ਦੇ ਕਰੀਬ ਕਰਜ਼ਾ ਰਹਿੰਦਾ ਸੀ ਜੀ ਉਹਦੇ ਵਿੱਚ। ਹੁਣ ਇਹਦੇ ਵਿੱਚ ਇਹ ਵੀ ਦੇਖੋ ਕਿ ਮੰਦਰ ਦੀ ਰੈਨੋਵੇਸ਼ਨ ਕਿੰਨੀ ਹੋਈ ਤੋਂ ਅੱਜ ਤੱਕ ਜੀ। $2 ਮਿਲੀਅਨ ਮੰਦਰ ਦੀ ਕਾਸਟ ਆ ਚੁੱਕੀ ਹੈ ਜੀ ਰੈਨੋਵੇਸ਼ਨ ਦੀ। ਨਾਲ ਹੀ ਰੈਨੋਵੇਸ਼ਨ ਕਰਦੇ ਸੀਗੇ, ਨਾਲ ਕਰਜ਼ਾ ਪੇ ਕਰਦੇ ਸੀ ਜੀ। ਇਹਦਾ ਸੈਕਟਰੀ ਸੀਗੇ ਜੀ, ਬਾਅਦ 'ਚ ਜਾਣ ਕੇ ਦੂਸਰੇ ਬਣ ਗਏ ਆਪਣੇ ਜੀ, ਆਪਣੇ ਚੇਅਰ ਕਾਉਂਸਲ ਬਣ ਗਏ ਜੀ। ਵਿਨੇ ਜੀ ਇੱਕ ਉਹ ਗੱਲ ਕਹਿੰਦੇ ਵੀ ਉਹ ਆਉਂਦੇ ਰਹੇ ਆ ਜਿਹੜੇ ਸੈਕਟਰੀ ਸੀਗੇ ਇੱਥੇ, ਔਰ ਫੇਸਬੁੱਕ ਇਸ ਗੱਲ ਦੀ ਗਵਾਹ ਆ ਵੀ ਲਾਈਵ ਜਿੰਨੇ ਉਸ ਵੇਲੇ ਉਹਨਾਂ ਨੇ ਕੀਤੇ ਆ ਜਾਂ ਪਹਿਲਾਂ ਹੋਏ ਆ ਵੀ ਉਹਦੇ 'ਤੇ ਜਿਹੜੇ ਵਿਊਅਰਸ ਨੇ ਉਹ ਵੀ ਕਾਫੀ ਨੇ। ਅਤੇ ਦੂਜਾ ਕਹਿੰਦੇ ਵੀ ਮਰਿਆਦਾ ਜ਼ਰੂਰ ਹੋਣੀ ਚਾਹੀਦੀ, ਇਹਦੇ 'ਤੇ ਸਮਝੌਤਾ ਨਹੀਂ ਹੋਣਾ ਚਾਹੀਦਾ। ਨਹੀਂ, ਬਿਲਕੁਲ ਚਾਹੀਦੀ ਹੈ ਜੀ ਮਰਿਆਦਾ। 5 ਪੰਡਿਤ ਨੇ ਜੀ ਪਿੰਡ ਦੇ ਵਿੱਚ ਜਿਹੜੇ ਮੰਦਰ 'ਚ ਰਹਿੰਦੇ ਨੇ, ਔਰ 5 ਪੰਡਿਤ ਜੀ ਮੇਰੇ ਖਿਆਲ ਨੇ ਕਿ ਆਪਣੇ ਆਪ ਦੇ ਵਿੱਚ ਇੰਨੇ ਸક્ષਮ ਨੇ ਕਿ ਉਹ ਮੰਦਰ ਨੂੰ ਜੇ ਚਲਾ ਰਹੇ ਨੇ ਤਾਂ ਉਹਨਾਂ ਨੂੰ ਗਿਆਨ ਹੈ ਕਿ ਮਰਿਆਦਾ ਕਿਵੇਂ ਰੱਖਣੀ ਹੈ। ਅਸੀਂ ਐਜ਼ ਏ ਡਿਵੋਟੀ, ਐਜ਼ ਏ ਬੋਰਡ ਮੈਂਬਰ, ਸਾਡਾ ਕੰਮ ਹੈ ਡੇ ਟੂ ਡੇ ਦੀਆਂ ਚੀਜ਼ਾਂ ਚਲਾਉਣੀਆਂ। ਮੰਦਰ ਦੀ ਸਫਾਈ, ਮੰਦਰ ਦੇ ਵਿੱਚ ਇਵੈਂਟਸ ਕਰਨਾ, ਮੰਦਰ ਦੇ ਵਿੱਚ ਆਏ ਹੋਏ ਲੋਕਾਂ ਦਾ ਧਿਆਨ ਰੱਖਣਾ, ਉਹਨਾਂ ਦੇ ਖਾਣੇ ਦਾ ਧਿਆਨ ਰੱਖਣਾ, ਉਹਨਾਂ ਦੇ ਬੈਠਣ ਦਾ ਪ੍ਰਬੰਧ ਕਰਨਾ। ਜੇ ਕੋਈ ਸਾਨੂੰ ਪ੍ਰਮੋਸ਼ਨ ਦੀ ਲੋੜ ਹੈ ਤਾਂ ਮੀਡੀਆ ਨਾਲ ਸੰਪਰਕ ਕਰਨਾ। ਮਾਨ ਮਰਿਆਦਾ ਨੂੰ ਚਲਾਉਣ ਦਾ ਕੰਮ ਪੰਡਿਤ ਜੀਆਂ ਦਾ ਹੈ, ਔਰ ਉਹਨਾਂ ਨੂੰ ਪੂਰੀ ਜ਼ਿੰਮੇਵਾਰੀ ਦਿੱਤੀ ਹੈ, ਔਰ ਉਹ ਪੇਡ ਸਟਾਫ ਵੀ ਹੈ। ਅਤੇ ਜੇ ਅਸੀਂ ਪੰਡਿਤ ਜੀਆਂ ਤੋਂ ਵੀ ਆਪਣੇ ਆਪ ਨੂੰ ਉੱਪਰ ਸਮਝਦੇ ਹਾਂ ਤਾਂ ਫਿਰ ਜਾਂ ਤਾਂ ਸੈਕਟਰੀ ਨੂੰ ਐਜ਼ ਏ ਪੰਡਿਤ ਰੁਕ ਜਾਣਾ ਚਾਹੀਦਾ, ਅਤੇ ਜਾਂ ਫਿਰ ਪੰਡਿਤ ਜੀ ਕੱਢ ਦੇਣੇ ਚਾਹੀਦੇ ਆ। ਠੀਕ ਹੈ ਨਾ ਜੀ। ਸੋ ਮੈਨੂੰ ਇਹ ਲੱਗਦਾ ਕਿ ਜੇ 5 ਪੰਡਿਤ ਜੀ ਕੋਈ ਮਰਿਆਦਾ ਚਲਾ ਰਹੇ ਨੇ ਤਾਂ ਠੀਕ ਹੀ ਹੋਏਗੀ। ਔਰ ਅਸੀਂ ਤਾਂ ਪੰਡਿਤ ਜੀ ਨੂੰ ਰੋਜ਼ ਪ੍ਰਣਾਮ ਕਰਦੇ ਹਾਂ, ਉਹਨਾਂ ਦੇ ਕਹੇ ਨੂੰ ਸਹੀ ਮੰਨਦੇ ਹਾਂ, ਉਹਨਾਂ ਦੇ ਹਿਸਾਬ ਨਾਲ ਚੱਲਦੇ ਹਾਂ। ਔਰ ਵੱਡੀ ਗੱਲ ਇਹ ਕਿ ਸਾਡੇ ਪੰਡਿਤ ਆਪ ਹੀ ਸਲਾਹ ਕਰਕੇ ਡਿਸੀਜਨ ਕਰਦੇ ਨੇ। ਅਤੇ ਮੈਂ ਨਾ ਮੰਨੂ ਦੀ ਗੱਲ ਤਾਂ ਫਿਰ ਤੁਸੀਂ ਜਿਵੇਂ ਮਰਜ਼ੀ ਕਰ ਲਓ, ਚਾਹੇ 20 ਪੰਡਿਤ ਜੀ ਇਕੱਠੇ ਕਰ ਲਓ, ਚਾਹੇ 100 ਕਰ ਲਓ। ਆਪਾਂ ਜੇ ਕਹਾਂਗੇ ਕਿ ਨਹੀਂ ਇੱਦਾਂ ਨਹੀਂ, ਇੱਦਾਂ ਮਾਈਵੇ ਜਾਂ ਹਾਈਵੇ, ਇਹ ਤਾਂ ਫਿਰ ਕਿਵੇਂ ਚੱਲੇਗਾ।
ਸੋਸ਼ਲ ਮੀਡੀਆ ਵਧਿਆ ਕਿਉਂਕਿ ਕੋਵਿਡ ਸੀਗਾ। ਕੋਵਿਡ ਦੇ ਵਿੱਚ ਲੋਕ ਘਰ ਬੈਠੇ ਸੀ ਔਰ ਲੋਕਾਂ ਨੂੰ ਬਾਹਰਲੀਆਂ ਚੀਜ਼ਾਂ ਚਾਹੀਦੀਆਂ ਸੀ, ਔਰ ਮੰਦਿਰ ਦੇ ਵਿੱਚ ਲਾਈਵ ਜਿਹੜਾ ਬ੍ਰੌਡਕਾਸਟ ਸ਼ੁਰੂ ਹੋਇਆ ਸਵੇਰੇ ਸ਼ਾਮ ਦੀ ਆਰਤੀ ਦਾ। ਜੇ ਕਿਸੇ ਵੀ ਬੋਰਡ ਮੈਂਬਰ ਨੇ ਸਤੀਸ਼ ਜੀ ਦੀ ਅਗਵਾਈ ਦੇ ਵਿੱਚ ਕੋਈ ਅੱਛੇ ਕੰਮ ਕੀਤੇ ਨੇ ਤੇ ਬਹੁਤ ਵਧੀਆ ਗੱਲ, ਸ਼ਾਬਾਸ਼, ਅੱਛੀ ਗੱਲ ਹੈ। ਕਿਸੇ ਨੂੰ ਇਹ ਨਹੀਂ ਵੀ ਕਿਸੇ ਨੇ ਕੋਈ ਕੰਮ ਨਹੀਂ ਕੀਤਾ, ਸਾਰਿਆਂ ਨੇ ਆਪਣੇ ਆਪਣੇ ਢੰਗ ਨਾਲ ਕੰਮ ਕੀਤੇ ਨੇ। ਵਿਚਾਰਾਂ ਦੀ ਲੜਾਈ ਚੱਲ ਰਹੀ ਹੈ ਅੱਜ ਦੀ ਡੇਟ ਦੇ ਵਿੱਚ। ਕੁਛ ਉਹ ਲੋਕ ਨੇ ਜਿਹੜੇ ਪਿਛਾਂਹ ਕੱਢੂ ਨੇ, ਪਿੱਛਾ ਖਿੱਚਣਾ ਚਾਹੁੰਦੇ ਨੇ, ਚੀਜ਼ਾਂ ਨੂੰ ਰੋਕਣਾ ਚਾਹੁੰਦੇ ਨੇ। ਕੁਛ ਉਹ ਲੋਕ ਨੇ ਜਿਹੜੇ ਅਗਾਂਹ ਵਧੂ ਨੇ, ਨਵੇਂ ਕੰਮ, ਵਧੀਆ ਕੰਮ। ਅਸੀਂ ਤਾਂ ਮੇਨ ਸਟਰੀਮ ਨੂੰ ਜੋੜਨਾ ਚਾਹੁੰਦੇ ਹਾਂ। ਅਸੀਂ ਤਾਂ ਇਹ ਕਹਿੰਦੇ ਹਾਂ ਕਿ ਗੋਰੇ ਵੀ ਮੰਦਿਰ 'ਚ ਆਉਣ, ਉਹ ਵੀ ਹਿੰਦੂ ਧਰਮ ਨੂੰ ਫੋਲੋ ਕਰਨ। ਭਗਵਾਨ ਸ਼੍ਰੀ ਕ੍ਰਿਸ਼ਨ, ਭਗਵਾਨ ਸ਼੍ਰੀ ਰਾਮ, ਹਿੰਦੂ ਧਰਮ ਦਾ ਪੂਰੀ ਫਿਲਾਸਫੀ ਇਹ ਆ ਕਿ ਪੂਰੀ ਦੁਨੀਆ ਲਈ ਆ, ਸਰਬੱਤ ਦੇ ਭਲੇ ਦੀ ਗੱਲਬਾਤ, ਵਾਸੂਦੇਵਾਏ ਕੁਟੁੰਬਕਮ ਦੀ ਗੱਲਬਾਤ। ਅਤੇ ਜੇ ਉਹਨੂੰ ਆਪਾਂ ਟਾਈਟ ਕਰੀ ਜਾਂਦੇ ਆਹ ਨਹੀਂ ਕਰ ਸਕਦੇ, ਆਹ ਨਹੀਂ ਕਰ ਸਕਦੇ, ਡੈਫੀਨੇਟਲੀ ਮਾਨ ਮਰਿਆਦਾ 'ਚ ਕੁਛ ਗੱਲਾਂ ਹੋ ਸਕਦੀਆਂ ਨੇ ਜਿਹੜੀਆਂ ਮੈਨੂੰ ਨਹੀਂ ਪਤਾ, ਪੰਡਿਤ ਜੀਆਂ ਨੂੰ ਪਤਾ ਹੋਣਗੀਆਂ। ਹੋ ਸਕਦਾ ਕਰਨ ਗੋਇਲ ਜੀ ਇਹ ਗੱਲ ਕਹਿ ਰਹੇ ਨੇ ਅਤੇ ਉਹ ਵਿਦਵਾਨ ਨੇ, ਬਹੁਤ ਅੱਛੀ ਗੱਲ ਹੈ। ਪਰ ਅਸੀਂ ਕੈਨੇਡਾ 'ਚ ਆ ਨਾ ਜੀ, ਹਰੇਕ ਚੀਜ਼ ਕੈਨੇਡਾ 'ਚ ਲਾਗੂ ਨਹੀਂ ਹੁੰਦੀ। ਸਾਨੂੰ ਕੈਨੇਡਾ ਦੇ ਵਿਧਾਨ, ਕੈਨੇਡਾ ਦੇ ਜਿਹੜੇ ਇੱਥੇ ਦੇ ਰੂਲਸ ਨੇ ਉਹ ਵੀ ਫੋਲੋ ਕਰਨੇ ਆ, ਅਤੇ ਅਸੀਂ ਬੱਚਿਆਂ ਨੂੰ ਵੀ ਜੋੜਨਾ। ਘਰ ਦੇ ਵਿੱਚ ਵੀ ਆਪਾਂ ਕਰਦੇ ਨਾ, ਅੱਗੇ ਪੜ੍ਹ ਕੇ ਆਰਤੀ ਕਰਦੇ ਸੀ, ਹੁਣ TV 'ਤੇ ਲਾ ਲੈਂਦੇ ਹਾਂ। ਸੋ ਚੀਜ਼ਾਂ ਅਸੀਂ ਚੇਂਜ ਕਰ ਰਹੇ ਹਾਂ ਆਪਣੀ ਲਾਈਫ ਦੇ ਵਿੱਚ, ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹ ਨਾਲ ਜੁੜਨ, ਸਾਡੇ ਬਜ਼ੁਰਗ ਵੀ ਜੁੜੇ ਰਹਿਣ। ਅਤੇ ਉਹਦੇ ਲਈ ਜੇ ਥੋੜ੍ਹਾ ਬਹੁਤਾ ਅਸੀਂ ਕਰ ਰਹੇ ਹਾਂ ਅੱਗੇ ਪਿੱਛੇ, ਉਹ ਪਰ ਪੰਡਿਤ ਜੀ ਦੀ ਸਲਾਹ ਦੇ ਨਾਲ। ਸੋ ਇਸੇ ਤਰ੍ਹਾਂ ਹੈ ਜੀ। ਮਿੱਤਲ ਸਾਹਿਬ, ਤੁਸੀਂ ਵਾਈਸ ਪ੍ਰੈਜ਼ੀਡੈਂਟ ਦੇ ਲਈ ਲੜ ਰਹੇ ਹੋ। ਮੈਂਬਰਸ਼ਿਪ ਦੇ ਸੰਬੰਧੀ ਵੀ ਕਈ ਸਵਾਲ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਉੱਠ ਰਹੇ ਨੇ, ਕੀ ਮਾਮਲਾ ਅਤੇ ਉਸ ਵੇਲੇ ਕੀ ਸਥਿਤੀ ਹੈ ਜੀ? ਸੋ ਮੈਂਬਰਸ਼ਿਪ ਲਈ ਤਾਂ ਮੈਂ ਇਹ ਕਹਾਂਗਾ ਜੀ, ਇਸ ਵਾਰ 6800 ਨਵੇਂ ਮੈਂਬਰ ਜਿਹੜੇ ਇਸ ਵਾਰ ਜੁੜੇ ਨੇ, ਉਹਨਾਂ ਦੇ ਸਾਰੇ ਫਾਰਮ ਪ੍ਰੋਸੈਸ ਕਰਨਾ ਇਟ ਵਾਜ਼ ਅ ਚੈਲੰਜਿੰਗ ਜੌਬ, ਪਰ ਉਹਨੂੰ ਮੈਂ ਕੀਤਾ ਹੈ। ਔਰ ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਆਪਾਂ ਉਹਨਾਂ ਦੀ ਲਿਸਟ ਐਜ਼ ਪਰ ਕੌਂਸਟੀਟਿਊਸ਼ਨ ਜਿਹੜੀ ਡਿਸਪਲੇ ਕਰਨੀ ਸੀ ਉਹ ਡਿਸਪਲੇ ਕਰਤੀ ਹੈ, ਨੋਟਿਸ ਬੋਰਡ ਦੇ ਥੱਲੇ ਲਗਾਈ ਗਈ ਹੈ, ਕਾਉਂਸਲ ਨੂੰ ਦਿੱਤੀ ਗਈ ਹੈ, ਪਲੱਸ ਬੋਰਡ ਦੇ ਹਰ ਮੈਂਬਰ ਨੂੰ ਇੱਕੋ ਲਿਸਟ ਦੇ ਦਿੱਤੀ ਗਈ ਹੈ। ਉਸ ਤੋਂ ਬਾਅਦ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਜਿਹੜੀਆਂ ਚੇਂਜਸ ਨੇ ਉਸ ਚੇਂਜਸ ਨੂੰ ਤੁਸੀਂ ਕਰਵਾ ਕੇ ਸਾਡੇ ਕੋਲ ਚੇਂਜਸ ਕਰਵਾ ਲਓ ਲਿਸਟ ਦੇ ਵਿੱਚ, ਸੋ ਦੈਟ ਫਾਈਨਲ ਲਿਸਟ ਜਿਹੜੀ ਹੈ ਉਹ ਅਸੀਂ ਪਾਰਲੀਮੈਂਟੇਰੀਅਨ ਨੂੰ ਦੇ ਸਕੀਏ ਇਲੈਕਸ਼ਨ ਕੰਡਕਟ ਕਰਨ ਲਈ। ਸੋ ਅੱਜ ਤੱਕ ਵੀ ਅਸੀਂ ਚੇਂਜਸ ਲੈ ਰਹੇ ਹਾਂ, ਈਵਨ ਕੱਲ੍ਹ ਤੱਕ ਵੀ ਅਸੀਂ ਉਹ ਚੇਂਜਸ ਨੂੰ ਐਕਸੈਪਟ ਕਰਾਂਗੇ। ਉਸ ਤੋਂ ਬਾਅਦ ਉਹ ਲਿਸਟ ਫਾਈਨਲ ਲਿਸਟ ਅੱਗੇ ਫਾਰਵਰਡ ਕਰ ਦਾਂਗੇ, ਜਿਹਦੇ ਬੇਸ 'ਤੇ ਉਹ ਇਲੈਕਸ਼ਨ ਹੋਏਗਾ। ਤੋ ਮੈਨੂੰ ਨਹੀਂ ਲੱਗਦਾ ਵੀ ਉਹਦੇ 'ਚ ਕੋਈ, ਜਿਸ ਨੂੰ ਵੀ ਕੋਈ ਅੱਜ ਤੱਕ ਕੁਐਸਚਨ ਰਿਹਾ ਉਹ ਅਸੀਂ ਨੀਚੇ ਅਵੇਲੇਬਲ ਹੁੰਦੇ ਹਾਂ, ਸਾਡੇ ਕੋਲ ਆ ਕੇ ਬੰਦੇ ਕੁਐਸਚਨ ਪੁੱਛਦੇ ਆ, ਕੋਈ ਚੇਂਜ ਹੈ, ਕੁਛ ਵੀ ਹੈ। ਸੋ ਮੈਨੂੰ ਨਹੀਂ ਲੱਗਦਾ ਹਜੇ ਤੱਕ ਕਿਸੇ ਨੇ ਵੀ ਐਸਾ ਕੋਈ ਆਬਜੈਕਸ਼ਨ ਉਠਾਇਆ। ਇਹਨਾਂ ਨੇ ਕਿੱਥੋਂ ਉਠਾ ਲਿਆ ਉਹਦਾ ਮੈਨੂੰ ਨਹੀਂ ਪਤਾ। ਗੋਲ ਸਾਹਿਬ, ਤੁਸੀਂ ਖਜ਼ਾਨਚੀ ਦੇ ਲਈ ਖੜ੍ਹੇ ਹੋ, ਕੀ ਹਾਲਤ ਹੈ ਇਸ ਵੇਲੇ ਔਰ ਕੀ ਵਿਜ਼ਨ ਹੈ ਤੁਹਾਡਾ ਜੀ? ਜਸਕਰਨ ਜੀ, ਇਸ ਟਾਈਮ ਜਿਹੜੀ ਮੰਦਰ ਦੀ ਮਾਲੀ ਹਾਲਤ ਹੈ, ਮੈਂ ਕਹੂੰਗਾ ਕਿ ਬਈ ਚੜ੍ਹਦੀ ਕਲਾਂ 'ਚ ਹੈਗੀ। ਆਪਣੇ ਖਜ਼ਾਨੇ 'ਚ ਕਲੋਜ਼ ਟੂ 300,000 ਪਿਆ ਹੈ, ਜਿਹੜਾ ਜਿਹੜੀ ਵੀ ਟੀਮ ਆਉਂਦੀ ਹੈ ਉਹਨਾਂ ਨੂੰ ਡੈਫੀਨੇਟਲੀ ਉਹਦਾ ਮੌਕਾ ਮਿਲੇਗਾ ਯੂਜ਼ ਕਰਨ ਦਾ ਫੰਡਸ ਦਾ। ਜਿਹੜੀ ਚੀਜ਼ ਟਰਾਂਸਪੇਰੈਂਸੀ ਦੀ ਗੱਲ ਹੈ, ਬੜਾ ਹੀ ਨਾਜ਼ੁਕ ਜਿਹਾ ਡਿਪਾਰਟਮੈਂਟ ਹੈਗਾ ਜੀ। ਇੱਥੇ ਤੁਸੀਂ ਜਿੰਨੀ ਮਰਜ਼ੀ ਮਿਹਨਤ ਮਾਰੀ ਜਾਓ, ਕਿਸੇ ਨਾ ਕਿਸੇ ਨੇ ਓਬਜੈਕਸ਼ਨ ਕਰਨੀ ਹੈ। ਬਟ ਆਪਾਂ ਜਿਹੜੀ ਕੋਸ਼ਿਸ਼ ਕੀਤੀ ਹੈ, ਮੈਂ ਪਹਿਲਾਂ ਵੀ ਟਰੈਜਰੀ ਰਿਹਾ, ਅਤੇ ਮੇਰੀ ਜਿਹੜੀ ਕੋਸ਼ਿਸ਼ ਹੈ, ਜੇ ਕਿਸੇ ਦਾ ਕੁਐਸਚਨ ਹੈਗਾ, ਕਿਸੇ ਨੂੰ ਕੋਈ ਸਪੋਰਟਿੰਗ ਡਾਕੂਮੈਂਟ ਦੇਖਣਾ ਹੈ, ਕਿਸੇ ਦੀ ਪੇਮੈਂਟ ਦੇਖਣੀ ਹੈ, ਵੀ ਹੈਵ ਆਲ ਆਫ ਦੋਜ਼ ਡਾਕੂਮੈਂਟਸ ਅਵੇਲੇਬਲ। ਕੋਈ ਵੀ ਆਏ, ਨਹੀਂ ਮੈਂ ਅਵੇਲੇਬਲ ਹੈਗਾ, ਪ੍ਰਧਾਨ ਜੀ ਹੁੰਦੇ ਆ ਜਾਂ ਵਿਨੇ ਜੀ ਹੁੰਦੇ ਆ ਜਾਂ ਮਿੱਤਲ ਸਾਹਿਬ ਹੁੰਦੇ, ਕਿਸੇ ਨੂੰ ਵੀ ਆ ਕੇ ਆਪਣਾ ਕੁਐਸਚਨ ਦੇ ਜਾਏ ਅਤੇ ਆਪਾਂ ਆ ਕੇ ਉਹਨੂੰ ਆਨਸਰ ਪ੍ਰੋਵਾਈਡ ਕਰ ਦਈਦਾ। ਜਿਹੜੀ ਚੀਜ਼ ਹੈਗੀ ਆ ਪ੍ਰੋਜੈਕਟਸ ਬਾਰੇ, ਪ੍ਰੋਜੈਕਟਸ ਦੇਖੋ ਮੰਦਰ ਦਾ ਕੰਮ ਹੈ, ਇਹ ਕਿਸੇ ਦਾ ਪਰਸਨਲ ਕੰਮ ਤਾਂ ਹੈ ਨਹੀਂ। ਇਸ ਇਲੈਕਸ਼ਨ ਨੇ ਸਾਨੂੰ ਬਹੁਤ ਆਈਡੀਆਜ਼ ਦਿੱਤੇ ਆ ਜੀ, ਉਹਨਾਂ ਦੀ ਵੱਲੋਂ ਵੀ ਆਈਡੀਆਜ਼ ਆਏ ਆ, ਸਾਡੇ ਵੱਲੋਂ ਵੀ ਆਈਡੀਆਜ਼ ਆਏ। ਉਹਨਾਂ ਨੂੰ ਇੰਪਲੀਮੈਂਟ ਕਿੱਦਾਂ ਕਰਨਾ? ਟੀਮ ਤਾਂ ਉਨੀ ਕੁ ਹੈ ਅਤੇ ਸਾਰਿਆਂ ਕੋਲ ਟਾਈਮ ਵੀ ਪੂਰਾ ਹੈਗਾ ਅਤੇ ਬੰਦਿਆਂ ਦੀ ਲੋੜ ਹੈਗੀ ਆ। ਅਤੇ ਮੈਂ ਕਹਿੰਦਾ ਕੋਈ ਵੀ ਟੀਮ ਆਏ, ਜੇ ਆਈਡੀਆ ਵਧੀਆ ਹੈਗਾ, ਜਿਹੜੀ ਵੀ ਮੈਨੇਜਮੈਂਟ ਵਰਕ ਕਰਦੀ ਆ ਉਹਨਾਂ ਨਾਲ ਸ਼ੇਅਰ ਕਰਨ, ਉਹਨਾਂ ਨੂੰ ਸਪੀਅਰ ਹੈਡ ਕਰਨ। ਇਹ ਨਹੀਂ ਹੈ ਕਿ ਬਈ ਉਹਨਾਂ ਨੂੰ ਕਹੇ ਤੁਸੀਂ ਕਰੋ ਜੀ, ਉਹਨਾਂ ਨੂੰ ਸਪੀਅਰ ਹੈਡ ਕਰਨ। ਮੈਨੇਜਮੈਂਟ ਨੂੰ ਆਈਡੀਆ ਚੰਗਾ ਲੱਗੇਗਾ ਅਤੇ ਦੇ ਵਿਲ ਪ੍ਰੋਵਾਈਡ ਫੰਡ, ਦੇ ਵਿਲ ਐਲੋਕੇਟ ਬਜਟ, ਉਸ ਤੋਂ ਬਾਅਦ ਇੰਪਲੀਮੈਂਟ ਕਰਨ। ਯੱਗਸ਼ਾਲਾ ਹੈਗੀ, ਸ਼ਿਵਾਲੇ ਹੈਗਾ, ਹਿੰਦੀ ਸਕੂਲ ਦਾ ਕੰਮ ਹੈਗਾ, ਆਪਣਾ ਸ਼ਟਲਸ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਵੀ ਸ਼ਟਲਸ ਲਾਉਣਗੇ ਸੀਨੀਅਰਸ ਲਈ। ਆਲ ਆਫ ਦੋਜ਼ ਆਰ ਵੈਰੀ ਗੁੱਡ ਪ੍ਰਪੋਜ਼ਲਸ। ਫਿਜ਼ੀਬਿਲਿਟੀ ਹੈਗੀ ਹੈ, ਜੇ ਹੈਗੀ ਹੈ ਮੈਨੇਜਮੈਂਟ ਦੇ ਸਾਹਮਣੇ ਉਹ ਸਟੱਡੀ ਕਰਨਗੇ, ਉਹਦੀ ਮੈਰਿਟਸ ਦੇਖਣਗੇ, ਉਹਦੇ ਲਈ ਬਜਟ ਹੈਗਾ ਨਹੀਂ ਹੈਗਾ, ਔਰ ਕੋਈ ਵੀ ਆ ਕੇ ਉਹਨੂੰ ਕਰ ਸਕਦਾ। ਮੈਂ ਤਾਂ ਕਹਾਂਗਾ ਈਵਨ ਥਰਡ ਪਰਸਨ, ਇਹ ਨਹੀਂ ਹੈ ਕਿ ਬਈ ਕੋਈ ਮੈਨੇਜਮੈਂਟ 'ਚ ਹੀ ਆਏ, ਕੋਈ ਵੀ ਆਪਣਾ ਸਾਡਾ ਡਿਵੋਟੀ ਕਹਿੰਦਾ ਕਿ ਬਈ ਇਹ ਕੰਮ ਸਾਡੇ ਕੋਲ ਯੋਗਾ ਵਾਲੇ ਇੰਸਟਰਕਟਰਸ ਆਉਂਦੇ ਆ ਕਿ ਬਈ ਇਹ ਵਾਲਾ ਯੋਗਾ ਆਪਾਂ ਇੰਟਰੋਡਿਊਸ ਕਰਨਾ ਚਾਹੁੰਦੇ ਹਾਂ। ਦੇ ਸਪੀਅਰ ਹੈਡ, ਉਹ ਕਲਾਸਿਸ ਚੱਲਦੀਆਂ, ਉਹ ਆਪਣੇ ਆਪ ਮੈਨੇਜ ਕਰਦੇ ਆ।
ਇਸੇ ਤਰ੍ਹਾਂ ਤੋਂ ਸਾਡੇ ਕੋਲ ਤਬਲਾ ਇੰਸਟਰਕਟਰ ਦੀ ਇੱਕ ਪ੍ਰਪੋਜ਼ਲ ਆਈ ਸੀਗੀ ਵੀ ਮੰਦਿਰ 'ਚ ਤਬਲਾ ਕਲਾਸਿਸ ਹੋਣੀ ਚਾਹੀਦੀਆਂ। ਆਪਾਂ ਨੇ ਪ੍ਰਪੋਜ਼ਲ ਨੂੰ ਉਹਦੀ ਮੈਰਿਟ ਦੇ ਬੇਸ ਤੇ ਅਪਰੂਵਲ ਦਿੱਤੀ ਤੇ ਹੁਣ ਕਲਾਸਿਸ ਚੱਲ ਰਹੀਆਂ। ਸੇਮ ਵੇ ਜੇ ਕੋਈ ਤੁਹਾਡੇ ਕੋਲ ਪ੍ਰਪੋਜ਼ਲ ਹੈਗੀ, ਯੂ ਡੋਂਟ ਹੈਵ ਟੂ ਕਮ ਟੂ ਦਿਸ ਪੁਆਇੰਟ ਕਿ ਵੀ ਇਲੈਕਸ਼ਨ 'ਚ ਆ ਕੇ ਤੁਸੀਂ ਉਹਨੂੰ ਡਿਸਪਲੇ ਕਰੋ ਵੱਡੇ ਵੱਡੇ ਅੱਖਰਾਂ 'ਚ ਕਿ ਬਈ ਆਪਾਂ ਇਹ ਕਰਾਂਗੇ। ਯੂ ਕੈਨ ਸਟਿਲ ਡੂ ਇਟ ਵੈਦਰ ਯੂ ਆਰ ਪਾਰਟ ਆਫ ਦ ਮੈਨੇਜਮੈਂਟ ਔਰ ਨਾਟ। ਇਹੀ ਮੈਂ ਕਹੂੰਗਾ ਕਿ ਬਈ ਸਾਰੇ ਰਲ ਮਿਲ ਕੇ ਕੰਮ ਕਰੀਏ। ਸੀ ਆਖਰ ਦੇ ਵਿੱਚ ਕੀ ਅੱਛਾ, ਕਹਿਣਾ ਆਖਰ ਜੀ ਮੈਂ ਕੁਝ ਰਜੀਤ ਜਿੰਦ ਤੁਸੀਂ ਪੁਆਇੰਟ ਦੇਖੋ, ਰਜੀਤ ਜਿੰਦਰ ਜੀ ਨੇ ਕੁਝ ਪੁਆਇੰਟ ਉਠਾਏ ਸੀਗੇ। ਜੀ ਜੀ ਉਹਦੇ ਵਿੱਚ ਕਹਿ ਰਹੇ ਸੀ ਜੀ ਮੈਂ ਸਾਡਾ ਜਿਹੜਾ ਕਨਫਲਿਕਟ ਚੱਲ ਰਿਹਾ ਜੀ 3-4 ਸਾਲ ਤੋਂ ਚੱਲ ਰਿਹਾ ਜੀ। ਜੀ ਜੀ ਮੈਂ ਰਜੀਤ ਜੀ ਨੂੰ ਕੁਐਸਚਨ ਪੁੱਛਦਾ ਹੈਗਾ, ਜੇ 3-4 ਸਾਲ ਤੋਂ ਕਨਫਲਿਕਟ ਚੱਲਦਾ ਸੀਗਾ, ਉਹਨਾਂ ਨੇ ਟੀਮ 'ਚ ਕਿਉਂ ਆਏ ਸਾਡੀ 'ਚ ਪਹਿਲੀ ਟੀਮ 'ਚ? ਕਿਉਂਕਿ 3 ਸਾਲ ਹੋ ਗਏ ਟੀਮ ਬਣੀ ਨੂੰ ਜੀ, 4 ਸਾਲ ਤੋਂ ਕਨਫਲਿਕਟ ਚੱਲ ਰਿਹਾ। ਵਾਈ ਦੇ ਕੰਮ ਦੀ ਮੈਨੇਜਮੈਂਟ ਉਹਨਾਂ ਨੂੰ ਉਹਦੇ ਵਿਜੈਕਸ਼ਨ ਕਰਨਾ ਚਾਹੀਦਾ, ਅਸੀਂ ਤੁਹਾਡੀ ਟੀਮ 'ਚ ਨਹੀਂ ਆਉਣਾ ਕਿਉਂਕਿ ਤੁਸੀਂ ਸਾਡੇ ਪ੍ਰਪੋਜ਼ ਕਾ ਚੀਜ਼ ਨਹੀਂ ਮੰਨਦੇ ਹੈਗੇ। ਇਹ ਲੋਕਾਂ ਨੂੰ ਸਿਰਫ ਗੱਦੀ ਚਾਹੀਦੀ ਆ। ਮੈਂ ਸ਼ਿਵਰਾਤਰੀ ਦੀ ਗੱਲ ਕਰਨ ਲੱਗਿਆ, ਪਿਛਲੀ ਵਾਰੀ ਸ਼ਿਵਰਾਤਰੀ ਹੋਈ ਟੈਂਪਲ ਵਿੱਚ ਜੀ, ਫੈਬਰੀ ਵਿੱਚ ਹੋਈ ਹੈ ਜੀ। ਕਰਨ ਜੀ ਨੇ ਜਿਹੜੇ ਸੈਕਟਰੀ ਸੀਗੇ ਜੀ ਅਤੇ ਜਿੰਦਰ ਜੀ ਵਾਈਸ ਪ੍ਰੈਜ਼ੀਡੈਂਟ ਸਾਡੇ ਸੀ, ਇਹਨਾਂ ਨੇ ਇੱਕ ਡੱਕਾ ਨਹੀਂ ਤੋੜਿਆ ਜੀ ਉੱਥੇ ਆ ਕੇ, ਹੱਥ ਜੋੜ ਕੇ ਖੜੇ ਰਹੇ ਉੱਥੇ ਜੀ। ਇਹਨੇ ਡਿਊਟੀ ਨਹੀਂ ਮੰਨਦੀ ਕੋਈ ਪਾਰਟ ਆਫ ਦੀ ਮੈਨੇਜਮੈਂਟ ਰਾਈਟ ਨਾ। ਇਹ ਕਹਿੰਦੇ ਸਾਡੇ ਕੋਲ ਸੇਵਾ ਭਾਵ ਹੈਗਾ ਜੀ, ਸੇਵਾ ਭਾਵ ਹੈ ਕਿ ਮੈਨੇਜਮੈਂਟ ਬਚਾਉਣ ਦੀ ਲੋੜ ਨਹੀਂ ਸਾਨੂੰ, ਸੇਵਾ ਦੀ ਮੈਨੇਜ ਕਰ ਸਕਦੇ ਹਾਂ। ਇੱਥੇ ਕਈ ਬੰਦੇ ਹੈਗੇ ਜੀ, ਦਕਸ਼ ਗੋਗੀ, ਕਈ ਬੰਦੇ ਸਾਡੇ ਨਾਲ ਜੁੜੇ ਹੋਏ ਆ ਜੋ ਕਿ ਮੈਨੇਜਮੈਂਟ ਨਹੀਂ ਹੈਗੇ, ਦਿਨ ਰਾਤ ਸੇਵਾ ਕਰਦੇ ਟੈਂਪਲ ਜੀ। ਫਿਰ ਇਹ ਕਹਿੰਦੇ ਜੀ 1.5 ਸਾਲ ਸਾਨੂੰ ਹੋਇਆ ਜੀ, ਅਸੀਂ ਕੋਈ ਵੀ ਪ੍ਰਪੋਜ਼ਲ ਲੈ ਕੇ ਆਉਂਦੇ ਸੀ ਜੀ, ਇਹ ਡਿਕਲਾਈਨ ਕਰ ਦਿੰਦੇ ਸੀ ਜੀ। ਸਾਡੇ ਹੱਥ ਨਹੀਂ ਹੈਗਾ ਪ੍ਰਪੋਜ਼ਲ ਡਿਕਲਾਈਨ ਕਰਨਾ ਕਿਸੇ ਦੀ। ਇਹ ਮੈਨੇਜਮੈਂਟ ਦੇ ਪਾਰਟ ਦੀ ਮੈਨੇਜਮੈਂਟ। ਹੁਣ ਦੇਖੋ ਇਹ ਸ਼ਿਵ ਮੰਦਰ ਦੀ ਗੱਲ ਕਰਦੇ ਜੀ ਪ੍ਰਪੋਜ਼ਲ ਦੀ ਜੀ। ਇੱਕ ਵਾਰੀ ਮੈਨੂੰ ਯਾਦ ਆ ਜੀ, ਹੁਣ ਮੈਨੂੰ ਚੀਜ਼ਾਂ ਯਾਦ ਆ ਰਹੀਆਂ ਸਾਨੂੰ ਅੱਗੇ, ਕਿਉਂਕਿ ਆਈ ਬੜੀ ਬਰੋਡ ਮਾਈਂਡ ਪਰਸਨ ਜੀ, ਮੈਂ ਚੀਜ਼ਾਂ ਯਾਦ ਰੱਖੀ, ਕੰਮ ਕਰੀਦਾ ਕੰਮ ਖਤਮ ਹੋਇਆ ਜੀ। ਇਹ ਕਹਿੰਦੀ ਜਿਹੜਾ ਤੁਸੀਂ ਆਪਾਂ ਅੱਜ ਮੇਨ ਟੈਂਪਲ 'ਚ ਖੜ੍ਹੇ ਹਾਂ ਜੀ, ਇਹ ਕਹਿੰਦੀ ਸ਼ਿਵ ਮੰਦਰ ਇੱਥੇ ਲਿਆਓ ਜੀ, ਸਾਨੂੰ ਕੋਸਟ ਬੜੀ ਪੈ ਰਹੀ ਪ੍ਰੀਸਟਾਂ ਦੀ। ਇਹਨਾਂ ਨੂੰ ਇਹ ਪਤਾ ਵੀ ਜਿਹੜਾ ਸ਼ਿਵ ਮੰਦਰ ਐਸਿਡ ਬਣਿਆ ਇੱਥੇ ਅੱਜ ਤੋਂ 25-30 ਸਾਲ ਪਹਿਲਾਂ ਮੋਤੀਆਂ ਦੁੱਧ ਪੀਤਾ ਸੀ ਜੀ। ਉਹ ਜਗ੍ਹਾ ਦੀ ਕੋਈ ਬੁੱਕਤ ਹੈਗੀ ਹੈ ਜੀ। ਇਹ ਉਹ ਚੀਜ਼ਾਂ ਕਰਨੀਆਂ ਮੰਗਦੇ ਆ ਜਿਹੜੀਆਂ ਕਿ ਕੋਈ ਇੰਪੋਸੀਬਲ ਹੈਗੀਆਂ ਲੋਕਾਂ ਦੀ ਇਹ ਫੀਲਿੰਗ ਨੂੰ ਹਰਟ ਕਰਨ ਵਾਸਤੇ। ਨਾਲ ਜਿਸ ਵੀ ਕੋਈ ਸ਼ਿਵਰਾਤਰੀ ਦਾ ਪ੍ਰੋਗਰਾਮ ਹੁੰਦਾ ਆ, ਕੋਈ ਪ੍ਰੋਗਰਾਮ ਵੱਡੇ ਹੁੰਦੇ ਆ, ਇਹ ਲੋਕਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਦੇ ਆ ਜੀ। ਲੋਕੀ ਲਾਈਨ 'ਚ ਲੱਗੇ ਹੋਏ ਜੀ, ਬਹੁਤ ਲੰਬੀ ਲਾਈਨ ਲੱਗੀ ਹੋਈ, ਸਾਨੂੰ ਪਤਾ 10-15 ਬੰਦਾ ਆ ਜਾ ਜੀ, ਘੰਟਾ ਵੇਟ ਕਰਕੇ ਆਉਂਦਾ, ਹੁਣ ਧੱਕੇ ਮਾਰ ਕੇ ਆਉਣਗੇ, ਚਲੋ ਭੱਜੋ। ਦੇਖੋ ਉਹਨਾਂ ਦੀ ਹਰਟ ਫੀਲਿੰਗ ਕਿੱਦਾਂ ਕਰਦੇ ਜੀ। ਇੱਕ ਦਿਨ ਮੈਂ ਕਿਚਨ 'ਚ ਕਿਤੇ ਕੁਦਰਤੀ ਕਿਚਨ 'ਚ ਖੜਾ ਸੀ ਜੀ, ਮੈਂ ਆਫਿਸ ਤੋਂ ਨਿਕਲਿਆ, ਇਹਨਾਂ ਨੇ 8 ਵਜੇ ਕਿਚਨ ਬੰਦ ਕਰਤੀ ਜੀ। ਮੈਂ ਗਿਆ ਤਾਂ ਲੋਕੀ 50 ਬੰਦੇ ਬਾਹਰ ਖੜੇ ਆ ਜੀ। ਮੈਂ ਕਿਹਾ ਜਿੰਦਰ ਸਾਹਿਬ ਇਹ ਤੁਸੀਂ ਕਰ ਰਹੇ ਆ? ਕਹਿੰਦੇ ਜੀ ਇਹਨਾਂ ਲੋਕਾਂ ਨੇ ਤਾਂ ਹਟਣਾ ਹੀ ਨਹੀਂ। ਮੈਂ ਕਿਹਾ ਜਿੰਦਰ ਸਾਹਿਬ ਜਿੱਦਾਂ ਤੱਕ ਮੈਂ ਪ੍ਰਧਾਨ ਹਾਂ ਪਲੀਜ਼ ਇਹ ਡੋਰ ਬੰਦ ਨਹੀਂ ਹੋਣੀ ਚਾਹੀਦੀ ਕਿਚਨ, ਭਾਵੇਂ ਰਾਤ ਦੇ 11 ਵੱਜ ਜਾਣ ਜੀ। ਦੇਖੋ ਅਸੀਂ ਲੋਕਾਂ ਨੂੰ ਜੋੜਨਾ ਚਾਹੁੰਦੇ ਹਾਂ ਜੀ, ਇਹ ਲੋਕਾਂ ਨੂੰ ਤੋੜਨਾ ਮੰਗਦੇ ਆ ਜੀ। ਹੁਣ ਜਿੱਦਾਂ ਆਪਾਂ ਕੱਪੜੇ ਉਹਨਾਂ ਦੀ ਤੋੜ ਮੋੜ ਦੀ ਕਰਨ ਦੀ ਗੱਲ ਕਰ ਲੈਂਦੇ ਆਪਾਂ ਜੀ। ਹੁਣੇ ਕਰਨ ਜੀ ਹੁਣ ਆਪੇ ਮੰਨ ਗਏ, ਤੁਸੀਂ ਸਟੱਡੀ ਕਰੋ ਚੰਗੀ ਤਰ੍ਹਾਂ, ਰੀਡ ਕਰੋ ਕੀ ਕਹਿ ਰਹੇ ਆ। ਵੀ ਮੈਂ ਕਿਹਾ ਸੀ ਵੀ ਪਰਦੇ ਨਹੀਂ ਲੱਗੇ ਜੀ, ਅਤੇ ਇਹ ਸੁੱਤੇ ਪਏ ਸੀ ਜਿਹੜੀ ਮੈਨੇਜਮੈਂਟ, ਇਹ ਆਪ ਨਹੀਂ ਲਵਾ ਸਕਦੇ, ਕਿ ਪ੍ਰਧਾਨ ਦੀ ਜ਼ਿੰਮੇਵਾਰੀ ਸਾਰਾ ਕੰਮ ਕਰਨਾ ਜੀ। ਵੀ ਡੇ ਟਾਈਮ ਕੰਮ ਹੋਣਾ ਚਾਹੀਦਾ। ਇਹਨਾਂ ਨੇ ਜਨਾਬ ਨੇ ਕਮੇਟੀ ਪਹਿਲੀ ਜੇ ਕੰਮ ਕਰਦੀ ਸੀ, ਚੀਨਾ ਗਰੁੱਪ ਨੂੰ ਤੋੜ ਕੇ ਆਪਣੀ ਮਦਦ ਦੇ ਗਰੁੱਪ ਨਵਾਂ ਬਣਾ ਲਿਆ ਜੀ। ਜਿਸੇ ਸਾਨੂੰ ਪਤਾ ਲੱਗਿਆ ਉਹਨਾਂ ਨੂੰ ਨੌਲੇਜ ਕੋਈ ਨਹੀਂ ਜੀ। ਹੁਣ ਪੰਡਤਾਂ ਨੂੰ ਕਹਿੰਦੀ ਪੰਡਤਾਂ ਦੀ ਡਿਊਟੀ ਹੈ ਜੀ, ਸਟੇਜ 'ਤੇ ਔਰਤਾਂ ਨਹੀਂ ਬਹਿਣੀ ਚਾਹੀਦੀਆਂ। ਅੱਜ ਤੋਂ 24-25 ਸਾਲ ਤੋਂ ਚੱਲੀ ਜਾ ਰਿਹਾ। ਉਹ ਕੋਈ ਬੇਵਕੂਫ ਨਹੀਂ ਬੰਦਾ ਜੋ ਭਜਨ ਗਾ ਰਹੇ, ਉਹਨੇ ਆਪਣੇ ਉੱਠ ਕੇ ਚੱਲ ਜਾਣਾ ਜੀ। ਕੋਈ ਨੋ ਜਗ੍ਹਾ ਕੋਈ ਹੈ ਨਹੀਂ, ਦੱਸਣ ਦੀ ਕੀ ਲੋੜ ਆ ਉਹਨੂੰ ਜੀ। ਵੀ ਪਰ ਨੌਲੇਜ ਹੈ ਵਾ ਜਿਹੜੀਆਂ ਚੀਜ਼ਾਂ ਹੁਣ ਕਦੇ ਤੋੜ ਮੋੜ ਕੇ ਦੱਸਿਆ, ਤੋੜ ਮੋੜ ਕੇ ਨਹੀਂ ਦੱਸਿਆ, ਇਹ ਫੈਕਟਸ ਹੈਗੇ ਆ ਜੀ। ਇਹ ਜਿਹੜੇ ਫੈਕਟਸ ਹੈਗੇ ਆ, ਹੁਣ ਜਿੰਦਲ ਹੋਣੀ ਆ ਜੀ, ਹੁਣ ਟੀਨਾ ਨੂੰ ਗੱਲ ਕਰਦਾ ਜੀ, ਉਹ ਸ਼ਿਵ ਮੰਦਰ ਜਿੱਦੇ ਸ਼ਿਵਰਾਤਰੀ ਹੁੰਦੀ ਉੱਥੇ ਜਾ ਨਹੀਂ ਸਕਦੀ ਜੀ। ਕਈ ਹੁਣ ਅਸੀਂ ਮਿੰਨਤਾਂ ਕਰਕੇ ਵਾਪਸ ਲੈ ਕੇ ਆਏ ਗਰੁੱਪ ਨੂੰ ਜੀ, ਜਿੱਦਾਂ ਕਿ ਲੇਡੀ ਨਹੀਂ ਸਾਡੇ ਨਾਲ ਜੁੜਦੀਆਂ ਜੀ। ਲੇਡੀ ਕਿੱਦਾਂ ਜੁੜ ਜਾਣਗੀਆਂ ਜੀ, ਉਹਨਾਂ ਦੀ ਬੇਇੱਜ਼ਤੀ ਕਰਨੀ ਹੈ ਜੀ। ਵਿਨੈ ਜੀ ਤੁਸੀਂ ਕਨਕਲੂਡ ਕਿੱਦਾਂ ਕਰੋਗੇ? ਜੀ ਬਸ ਮੈਂ ਇਹੀ ਕਹਿਣਾ ਕਿ ਆਪਾਂ ਦੂਸ਼ਣਬਾਜ਼ੀ ਨਾ ਕਰੀਏ, ਜਿਹੜੀ ਸੱਚਾਈ ਹੈ ਉੱਤੇ ਖੜੇ ਹੋਈਏ। ਮੰਦਿਰ ਦੀ ਇਲੈਕਸ਼ਨ ਤੋਂ ਬਾਅਦ ਇਸੇ ਸੁਸਾਇਟੀ 'ਚ ਆਪਾਂ ਸਾਰਿਆਂ ਨੇ ਰਹਿਣਾ, ਔਰ ਜੇ ਕਿਸੇ ਨੇ ਕੋਈ ਗਲਤੀਆਂ ਕੀਤੀਆਂ ਮੰਨ ਲੈਣੀਆਂ ਚਾਹੀਦੀਆਂ, ਆਪਣੀ ਵਿਚਾਰਧਾਰਾ ਕੋਈ ਐਡੀ ਗੱਲ ਨਹੀਂ, ਪਰ ਫਿਰ ਵੀ
ਅਲੱਗ-ਅਲੱਗ ਮੀਡੀਆ ਤੇ ਅਲੱਗ-ਅਲੱਗ ਚੈਨਲਾਂ ਤੇ ਜਾ ਕੇ ਟਾਈਮ ਦੀ ਬਜਾਏ ਆਪਾਂ ਇੱਕੋ ਜਗ੍ਹਾ ਇਕੱਠੇ ਹੋ ਜਾਂਦੇ ਇੱਕ ਦਿਨ। ਮੈਂ ਫਿਰ ਉਹ ਪ੍ਰਪੋਜ਼ ਕਰਦਾ ਸਾਰਿਆਂ ਨੂੰ ਤੇ ਆਪਾਂ ਗੱਲਬਾਤ ਕਰ ਲੈਂਦੇ ਹਾਂ ਸੰਗਤ ਦੇ ਸਾਹਮਣੇ। ਡਿਬੇਟ ਕਹਿੰਦੇ ਉਹ ਡਿਬੇਟ ਕਰ ਲੈਂਦੇ ਹਾਂ। ਜਿਹੜੇ ਇਸ ਟੀਮ ਦੇ 4-5 ਮੇਨ ਬੰਦੇ ਨੇ ਉਹ ਤਾਂ ਸਾਹਮਣੇ ਆਉਣੇ ਜ਼ਰੂਰੀ ਹੈ ਨਾ ਜੀ, ਕਿ ਇਹਨਾਂ ਦੇ ਟਰੈਜਰਰ, ਇਹਨਾਂ ਦੇ ਵਾਈਸ ਪ੍ਰਧਾਨ ਤੇ ਪ੍ਰਧਾਨ ਜੀ ਤੇ ਉਹ ਸਾਰੇ ਆ ਕੇ ਟੀਮ ਆ ਜਾਏ ਸਾਰੀ, ਆਪਾਂ ਗੱਲਬਾਤ ਕਰ ਲੈਂਦੇ ਹਾਂ ਤੇ ਉੱਥੇ ਫੈਸਲਾ ਹੋ ਜਾਏਗਾ। ਮੈਂ ਤਾਂ ਇਹੀ ਕਹਿਣਾ ਚਾਹੁੰਦਾ। ਔਰ ਬਾਕੀ ਜੇ ਇਲੈਕਸ਼ਨ ਹੁੰਦਾ ਹੀ ਹੈ ਤਾਂ ਆਪਾਂ ਉੱਥੇ 24 ਨੂੰ 25 26 ਨੂੰ 3 ਦਿਨ ਹੈ ਤੇ ਸਾਰੇ ਜਾਣੇ ਆਓ ਜੀ, ਵੋਟਾਂ ਪਾਓ। ਔਰ ਜਿਹੜਾ ਬੰਦਾ ਤੁਹਾਨੂੰ ਲੱਗਦਾ ਕਿ ਮੰਦਰ ਲਈ ਵਧੀਆ, ਜਿਹੜਾ ਮੰਦਰ ਲਈ ਵਧੀਆ ਕੰਮ ਕਰ ਰਿਹਾ ਕਰੇਗਾ, ਉਹਦੀ ਸਪੋਰਟ ਕਰੋ। ਜੇ ਸੰਗਤ ਨੂੰ ਇਹ ਲੱਗਦਾ ਕਿ ਸਤੀਸ਼ ਜੀ ਵਧੀਆ ਕੰਮ ਕਰ ਰਹੇ ਨੇ, ਸਤੀਸ਼ ਜੀ ਦੀ ਸਪੋਰਟ ਕਰੋ। ਅਸੀਂ ਤਾਂ ਖੁੱਲ੍ਹੇ ਤੌਰ 'ਤੇ ਕਹਿੰਦੇ ਹਾਂ, ਜੇ ਕਿਸੇ ਨੂੰ ਇਹ ਲੱਗਦਾ ਕਿ ਦੂਜੀ ਟੀਮ ਬਹੁਤ ਵਧੀਆ, ਕੋਈ ਗੱਲ ਨਹੀਂ, ਫਿਰ ਜੇ ਵਧੀਆ ਤਾਂ ਫਿਰ ਉਹਨਾਂ ਦੀ ਸਪੋਰਟ ਕਰੋ, ਐਡੀ ਕਿਹੜੀ ਗੱਲ ਆ। ਔਰ 24 ਔਰ 25 26 ਤਰੀਕ ਨੂੰ ਮੈਂਬਰਸ਼ਿਪ ਦੀਆਂ ਵੋਟਾਂ ਪੈਣੀਆਂ ਨੇ। ਜੇ ਕਿਸੇ ਦਾ ਨਾਮ ਗਲਤ ਹੈ ਜਾਂ ਐਡਰੈਸ ਗਲਤ ਹੈ, ਉਹ ਵੋਟ ਨਹੀਂ ਪਾ ਪਾਏਗਾ। ਅੱਜ ਇਸ ਵੀਕਐਂਡ ਤੱਕ ਹੀ ਟਾਈਮ ਹੈ ਸਾਰਿਆਂ ਦੇ ਕੋਲ ਕਰੈਕਸ਼ਨ ਕਰਾਉਣ ਦਾ। ਇਹ ਕਰੈਕਸ਼ਨ ਜ਼ਰੂਰ ਕਰਵਾ ਲਓ। ਰਾਜੇਸ਼ ਮਿੱਤਲ ਜੀ ਜਿਹੜੇ ਨੇ ਸਾਡੇ ਮੈਂਬਰਸ਼ਿਪ ਡਾਇਰੈਕਟਰ ਨੇ, ਜਾਂ ਸਾਡੀ ਟੀਮ ਇੱਥੇ ਵੀਕਐਂਡ ਨੂੰ ਬੈਠੀ ਹੋਏਗੀ। ਔਰ ਇਸ ਤੋਂ ਬਾਅਦ ਇਹ ਸਾਰੀਆਂ ਸਲਿੱਪਾਂ ਜਿਹੜੀਆਂ ਨੇ ਚੇਂਜ ਨਹੀਂ ਹੋ ਪਾਏਗੀ, ਕਿਉਂਕਿ ਫਿਰ ਜਿਹੜੇ ਇਲੈਕਸ਼ਨ ਕਰਾ ਰਹੇ ਨੇ ਥਰਡ ਪਾਰਟੀ ਹੈ, ਉਹਨਾਂ ਕੋਲ ਸਾਰਾ ਰੈਕਟ ਚਲਾ ਜਾਏਗਾ। ਬਹੁਤ ਬਹੁਤ ਧੰਨਵਾਦ ਜੀ। ਜੈ ਸ਼੍ਰੀ ਰਾਮ। ਥੈਂਕ ਯੂ। ਦੋਸਤੋ, ਅਸੀਂ ਗੱਲਬਾਤ ਕੀਤੀ ਆ ਸਤੀਸ਼ ਜੀ ਦੀ ਟੀਮ ਦੇ ਨਾਲ ਤੇ ਜਿਹੜੇ ਪੱਖ ਉਹਨਾਂ ਨੇ ਦੱਸੇ ਸੀ ਉਹਦਾ ਇਹਨਾਂ ਨੇ ਪ੍ਰਤੀਕਿਰਿਆ ਦਿੱਤੀ ਆ। ਜਦੋਂ ਵੀ ਸਾਨੂੰ ਇੱਥੇ ਬੁਲਾਉਣਗੇ ਅਸੀਂ ਜ਼ਰੂਰ ਤੁਹਾਡੇ ਤੱਕ ਦੋਵਾਂ ਧਿਰਾਂ ਦੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਔਰ ਜਿਸ ਤਰ੍ਹਾਂ ਇਹ ਟੀਮ ਇਸ ਗੱਲ ਦੇ ਲਈ ਸਹਿਮਤ ਆ ਕਿ ਇੱਕ ਇਕੱਠਾ ਡਿਬੇਟ ਹੋ ਜਾਣਾ ਚਾਹੀਦਾ ਸਾਰੇ ਮੀਡੀਆ ਦੇ ਨਾਲ, ਉਹ ਸ਼ਾਇਦ ਜ਼ਿਆਦਾ ਵਧੀਆ ਰਹੂਗੀ। ਦੋਵੇਂ ਧਿਰਾਂ ਆਪਣੀ ਗੱਲ ਜ਼ਿਆਦਾ ਚੰਗੀ ਤਰ੍ਹਾਂ ਸਪਸ਼ਟ ਕਰ ਸਕਣਗੀਆਂ। ਕੈਮਰਾਮੈਨ ਨਵਿਤ ਪਨੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।